ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਨਕ ਕਾਇਆ ਪਲਟ ਕਾਰਾ, ਮਲ ਤਖਤ ਬੈਠਾ ਸਡਾਲੇ। ਦਾਰ ਸੇਵੇ ਅੰਮ੍ਰਿਤ ਖੜੀ, ਮਸਕਲ ਹੋਏ ਜੰਗਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਕੱਲ ਆਪ ਸਰਵਣ ਕਰ ਰਹੇ ਸੀ, ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੀ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੈ ਸੱਚਾ ਕਰੇ, ਸਭ ਬਾਤ ਹੋਵੇ ਦਰਹਾਲੀ। ਗੁਰ ਅੰਗਦ ਦੀ ਦੋਹੀ ਫਿਰੀ, ਸਚ ਕਰਤੈ ਬੰਦ ਬਹਾਲੀ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸਹਿ ਡਾਲੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰੀਰ ਬਦਲ ਕੇ ਗੁਰੂ ਅੰਗਦ ਦੇਵ ਰੂਪ ਹੋ ਕੇ ਗੁਰਤਾ ਗੱਦੀ ਦੀ ਤਖਤ ਨੂੰ ਮੱਲ ਕੇ ਤੇ ਸ਼ੁਭ ਗੁਣਾ ਰੂਪੀ ਡਾਲੀਆਂ ਦੀ ਸਹਿਤ ਵਿਰਾਜਮਾਨ ਹੋਣਾ ਕੀਤਾ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਡਬਈ ਦੇ ਵਿੱਚ ਜਿਹੜਾ ਰੇਗਮਾਰ ਹੁੰਦਾ, ਰੇਗਮਾਰ ਜੰਗਾਲ ਲਾਉਣ ਵਾਲਾ, ਉਹਨੂੰ ਮਸਕੱਲਾ ਕਹਿੰਦੇ ਨੇ। ਮਸਕੱਲਾ ਇਉਂ ਜਿਹੜਾ ਮਨ ਨੂੰ ਜੰਗਾਲ ਲੱਗਾ ਹੋਇਆ ਸੀਗਾ, ਜਿਹੜੀ ਬੁੱਧੀ ਵਿਸ਼ਿਆਂ ਦੇ ਨਾਲ ਜੰਗਾਲੀ ਹੋਈ ਸੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਦੁਆਰੇ 'ਤੇ ਸ੍ਰਿਸ਼ਟੀ ਖਲੋ ਕੇ ਸਾਵਧਾਨ ਹੋ ਕੇ ਪ੍ਰੇਮ ਨਾਲ ਸੇਵਾ ਟਹਿਲ ਕਰ ਰਹੀ ਹੈ, ਅਤੇ ਉਹ ਸਮਝ ਲਓ ਬੁੱਧੀ ਨੂੰ ਮਾਂਜ ਰਹੀ ਹੈ। ਜਿਵੇਂ ਲੋਹੇ ਦਾ ਜੰਗਾਲ ਰੇਗ ਮਾਰਨ ਦੇ ਨਾਲ ਉਤਰਦਾ ਹੈ, ਮਸਕੱਲੇ ਨਾਲ ਲੈਂਦਾ ਹੈ, ਇਵੇਂ ਮਨ ਦੀ ਪਾਪਾਂ ਰੂਪੀ ਮੈਲ ਸੇਵਾ ਮਸਕੱਲੇ ਨਾਲ ਉਤਰਦੀ ਹੈ। ਦਰ ਦਰਵੇਸ਼ ਖਸਮਦੈ, ਨ ਸੱਚੈ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਮਾਤਾ ਖੀਵੀ ਜੀ ਦਾ ਨਾਮ ਆਇਆ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੇ ਮਾਤਾ ਜੀ ਲੰਗਰ 'ਚ ਦੇਸੀ ਘਿਓ ਵਾਲੀ ਜਿਹੜੀ ਖੀਰ ਸੀ ਉਹ ਵਰਤਾਇਆ ਕਰਦੇ, ਸਭਨਾਂ ਨੂੰ ਸਾਂਝੀ, ਬਿਨਾਂ ਕਿਸੇ ਦੁਬਿਧਾ ਤੋਂ, ਵਿਤਕਰੇ ਪਿੰਨ ਭੇਦ ਤੋਂ। ਇੱਕ ਰਸ ਜੋ ਗੁਰੂ ਘਰ ਦੀ ਮਾਇਆ ਹੁੰਦੀ, ਉਹ ਗਰੀਬਾਂ ਦੇ ਵਿੱਚ ਦੌਲਤ ਵੀ ਵੰਡੀ ਜਾਂਦੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਰ ਦੇ ਉੱਪਰ ਐਸੀ ਕਿਰਪਾ ਹੈ, ਜੋ ਰਾਏ ਬਲਵੰਡ ਤੇ ਸੱਤਾ ਜੀ ਲਿਖ ਰਹੇ ਹਨ। ਗੁਰ ਸਿੱਖਾਂ ਕੇ ਮੁਖ ਉਜਾਲੇ, ਗੁਰ ਸਿੱਖਾਂ ਦੇ ਮੁਖੜੇ ਲੋਕ ਪਰਲੋਕ ਦੇ ਵਿੱਚ
ਉਜਲਤਾ ਵਾਲੇ ਹੁੰਦੇ ਹਨ। ਮਨ ਮੁਖ ਥੀਏ ਪਰਾਲੀ, ਅਤੇ ਮਨਮੁਖ ਪਰਾਲੀ ਦੀ ਤਰ੍ਹਾਂ ਫੋਕੇ ਹੋ ਰਹੇ ਨੇ। ਭਾਵ ਗੁਣਾਂ ਤੋਂ ਖਾਲੀ ਹੁੰਦੇ ਹਨ, ਜਾਂ ਮਨਮੁਖਾਂ ਦੇ ਮੂੰਹ ਪਰਾਲੀ ਦੀ ਤਰ੍ਹਾਂ ਪੀਲੇ ਹੋ ਜਾਂਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸਨ ਤਾਂ ਉਹਨਾਂ ਦੇ ਲੰਗਰ ਦੀ ਖੀਰ ਬੜੀ ਪ੍ਰਸਿੱਧ ਸੀ। ਬਾਸਮਤੀ ਦੇ ਚੌਲ ਤੇ ਪਿਓਰ ਦੁੱਧ, ਜੋ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਅਰਪਦੀਆਂ ਨੇ ਉਹ ਸ਼ੁੱਧ ਚੀਜ਼ ਅਰਪਦੀਆਂ ਨੇ। ਉਂਝ ਭਾਵੇਂ ਮੁੱਲ ਵੀ ਦੇਵੋ ਤਾਂ ਵੀ ਮਿਲਾਵਟ ਕਰਕੇ। ਬਾਜ਼ਾਰ ਹੈ, ਵਪਾਰ ਹੈ, ਇਹਦੇ ਵਿੱਚ ਬੜਾ ਉੱਲਾ ਹੈ। ਸ਼ੁੱਧ ਚੀਜ਼ ਪੈਸੇ ਦੇ ਕੇ ਵੀ ਲੈਣੀ ਔਖੀ ਹੈ, ਪਰ ਗੁਰੂ ਸਾਹਿਬ ਦੀ ਕਿਰਪਾ, ਦੁੱਧ ਵੀ ਸ਼ੁੱਧ ਤੇ ਚੌਲ ਵੀ ਬਾਸਮਤੀ ਦੇ, ਰਿੰਨੀ ਹੋਈ ਖੀਰ, ਅੰਮ੍ਰਿਤ ਭਰਪੂਰ ਜਿਸ ਵਿੱਚ ਘਿਓ ਵੀ ਪਾਇਆ ਜਾਂਦਾ ਸੀ। ਜੋ ਰਾਤ ਦਾ ਦਹੀਂ ਜਮਾਇਆ ਹੁੰਦਾ ਉਹਨੂੰ ਮਾਤਾ ਜੀ ਰਿੜਕ ਕੇ ਜਿਹੜਾ ਵਿੱਚੋਂ ਘਿਓ ਨਿਕਲਦਾ ਉਹ ਸਬਜ਼ੀ ਭਾਜੀ ਵਿੱਚ ਵਰਤਣ ਤੋਂ ਬਾਅਦ ਜਿੰਨਾ ਵੀ ਬਚ ਜਾਂਦਾ ਉਹ ਸਭ ਖੀਰ ਵਿੱਚ ਪਾ ਦਿੱਤਾ ਜਾਂਦਾ। ਉਸ ਬਣੀ ਹੋਈ ਖੀਰ ਨੂੰ, ਜਿਹੜੀ ਅੰਮ੍ਰਿਤ ਵੇਲੇ ਤੋਂ ਰਿੱਝਦੀ ਰਹਿੰਦੀ, ਗੁਰੂ ਕੀ ਸੰਗਤ ਛਕ ਕੇ ਬੜੀ ਆਨੰਦਿਤ ਹੁੰਦੀ। ਜਿੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਪੂਰਨ ਗੁਰਸਿੱਖ ਨਾਮ ਰਤੜੇ ਕਰਨੀ ਵਾਲੇ ਰਹਿੰਦੇ ਸਨ, ਉੱਥੇ ਇੱਕ ਆਦਮੀ ਬੁਰੀ ਆਦਤ ਵਾਲਾ ਸਿੱਖੀ ਦਾ ਲਿਬਾਸ ਧਾਰ ਕੇ ਆ ਗਿਆ। ਇਸ ਦਾ ਸੁਭਾਅ ਬਣ ਗਿਆ ਕਿ ਖੀਰ ਖਾਣ ਵੇਲੇ ਗੁਰੂ ਪੰਗਤ ਵਿੱਚ ਬੈਠ ਕੇ ਖੀਰ ਛਕ ਲੈਣੀ, ਪਰ ਬਾਅਦ 'ਚ ਆਪਣੀ ਕੋਠੜੀ ਦਾ ਦਰਵਾਜ਼ਾ ਬੰਦ ਕਰਕੇ ਨੀਂਦ ਦਾ ਸੁੱਖ ਲੈਂਦੇ ਰਹਿਣਾ। ਸਿਆਣਿਆਂ ਸਿੱਖਾਂ ਨੇ ਗੁਰੂ ਘਰ ਦੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਸ਼ਿਕਾਇਤ ਕੀਤੀ ਕਿ ਇੱਕ ਨਵਾਂ ਸਿੱਖ ਕੀਰਤਨ ਦੇ ਵਿੱਚ ਨਹੀਂ ਬੈਠਦਾ, ਲੰਗਰ ਦੀ ਕੋਈ ਵੀ ਸੇਵਾ ਨਹੀਂ ਕਰਦਾ। ਇਹ ਦੋਵੇਂ ਗੱਲਾਂ ਗੁਰਮਤਿ ਵਿਰੁੱਧ ਨੇ, ਇਸ ਦਾ ਭਲਾ ਕਿਵੇਂ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਸਿੱਖਾਂ ਤੋਂ ਸੁਣ ਕੇ ਉਸ ਖੀਰਖਾਨੇ ਸਿੱਖ ਨੂੰ ਜੋ ਕਿਹਾ ਉਹਦਾ ਵਰਣਨ ਭਾਈ ਸੰਤੋਖ ਸਿੰਘ ਜੀ ਨੇ ਇੰਜ ਕੀਤਾ ਹੈ। ਗੁਰ ਸੰਗਤ ਮਹਿ ਭਲੋ ਰਹਾਵਨਾ, ਇਹ ਭਾਈ ਗੁਰਮੁਖਾ, ਗੁਰੂ ਸੰਗਤ ਦੇ ਵਿੱਚ ਜਿਹੜਾ ਰਹਿਣਾ ਹੈ ਉਹ ਤਾਂ ਚੰਗਾ ਹੈ। ਭਜਨ ਟਹਿਲ ਕਰ ਕਾਲ ਬਿਤਾਵਨ, ਕਿ ਆਪਣਾ ਜਿਹੜਾ ਸਮਾਂ ਹੈ ਵੱਧ ਤੋਂ ਵੱਧ ਭਜਨ ਕਰਕੇ ਤੇ ਟਹਿਲ ਸੇਵਾ ਕਰਕੇ ਬਤੀਤ ਕਰੋ। ਜਿਹੜਾ ਗੁਰੂ ਕਾ ਲੰਗਰ ਹੁੰਦਾ ਹੈ ਉਹ ਉਹਨਾਂ ਸੰਗਤਾਂ ਵਾਸਤੇ ਹੁੰਦਾ ਹੈ ਜੋ ਆ ਕੇ ਕਥਾ ਕੀਰਤਨ ਕਰਦੀਆਂ ਸੁਣਦੀਆਂ, ਨਿਤਨੇਮ ਕਰਦੀਆਂ ਨੇ ਤੇ ਜਾਂ ਸੇਵਾ ਕਰਦੀਆਂ ਨੇ। ਤੇ 3 ਨੰਬਰ ਤੇ ਕੋਈ ਪਰਦੇਸੀ ਬੰਦਾ, ਲੋੜਵੰਦ ਬੰਦਾ, ਗਰੀਬ ਗੁਰਬਾ, ਅੱਤ ਦਾ ਮਜਬੂਰ ਬੰਦਾ ਹੀ ਆਪ ਦਾ ਘਰ ਛੱਡ ਕੇ ਤੇ ਗੁਰਦੁਆਰੇ ਆਉਂਦਾ ਹੈ, ਤਾਂ ਇਸ ਵਾਸਤੇ ਉਹਦੇ ਵਾਸਤੇ ਹੈ। ਜਿਹੜਾ ਸੇਵਾ ਵੀ ਨਹੀਂ ਕਰਦਾ ਤੇ ਨਿਤਨੇਮ ਵੀ ਨਹੀਂ ਕਰਦਾ, ਸੰਗਤ ਨਹੀਂ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਉਹਦੇ ਵਾਸਤੇ ਜਿਹੜਾ ਗੁਰੂ ਕਾ ਲੰਗਰ ਹੈ ਉਹ ਨਹੀਂ ਹੈ। ਇਸ ਲਈ ਤੂੰ ਵੱਧ ਤੋਂ ਵੱਧ ਸਮਾਂ ਭਜਨ ਬੰਦਗੀ 'ਚ ਸੇਵਾ ਵਾਸਤੇ ਬਤੀਤ ਕਰਿਆ ਕਰ। ਬੈਠੇ ਦੇਹਾ ਕਾਜ ਕਿਸ ਆਏ, ਇਹ ਜਿਹੜੀ ਸਾਡੀ ਦੇਹ ਹੈ, ਵੇਖੋ ਕਿੰਨੀ ਸੋਹਣੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਇਹ ਬੈਠੇ ਬਿਠਾਏ ਕਿਸ ਕੰਮ ਆਵੇਗੀ। ਛੂਹੈ ਨ ਕੋਈ ਮਿਰਤ ਜਬ ਪਾਏ, ਅਸੀਂ ਆਪਣੀ ਦੇਹ ਦੀ ਸੇਵਾ ਕਰਦੇ ਰਹਿੰਦੇ ਆ। ਇੱਕ ਬੰਦੇ ਹੁੰਦੇ ਨੇ ਸਰੀਰ ਦੇ ਸੇਵਾਦਾਰ, ਇੱਕ ਹੁੰਦੇ ਨੇ ਬੱਚਿਆਂ ਦੇ ਸੇਵਾਦਾਰ,
ਘਰ ਪਰਿਵਾਰ ਦੇ ਸੇਵਾਦਾਰ, ਤੇ ਇੱਕ ਹੁੰਦੇ ਨੇ ਗੁਰੂ ਜੀ ਦੇ ਸੇਵਾਦਾਰ। ਆਪਾਂ ਆਪਦੇ ਸਰੀਰ ਦੇ ਸੇਵਾਦਾਰ ਨਹੀਂ ਬਣਨਾ। ਤੇ ਬਾਲ ਬੱਚਾ ਪਰਿਵਾਰ ਤਾਂ ਵਾਹਿਗੁਰੂ ਵੱਲੋਂ ਸਭਨਾਂ ਦੀ ਪਰਵਰਿਸ਼ ਹੋ ਰਹੀ ਹੈ। ਜਿੰਨੀ ਕੁ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਜਿਹੜੀ ਸੇਵਾ ਹੈ ਇਹ ਤਾਂ ਗੁਰਦੁਆਰੇ ਦੀ ਸਫਲ ਹੈ। ਕੇਵਲ ਲਿਬਾਸ ਧਾਰਨ ਨਾਲ ਸਿੱਖੀ ਨਹੀਂ ਹੁੰਦੀ ਹੈ। ਜਦ ਸਰੀਰ ਮਰ ਜਾਵੇ ਤਾਂ ਸਰੀਰ ਨੂੰ ਕੋਈ ਹੱਥ ਤੱਕ ਨਹੀਂ ਲਾਉਂਦਾ। ਜੇ ਕੋਈ ਲਾ ਵੀ ਦੇਵੇ ਮੁੜ ਕੇ ਕੇਸੀ ਇਸ਼ਨਾਨ ਕਰਕੇ ਕੱਪੜੇ ਸੁੱਟ ਦੇਈਦੇ ਨੇ, ਧੋ ਸਾਫ਼ ਕਰਕੇ ਫਿਰ ਆਪਾਂ ਧਾਰਨ ਕਰਦੇ ਹਾਂ। ਸਿੱਖੀ ਤਾਂ ਕਰਨੀ ਦੀ ਹੁੰਦੀ ਹੈ। ਸਿੱਖੀ ਦੇ ਮੂਲ ਸਿਧਾਂਤ ਤਾਂ ਸੇਵਾ ਅਤੇ ਸਿਮਰਨ ਨੇ। ਤੂੰ ਤਾਂ ਦੋਹਾਂ ਤੋਂ ਹੀ ਵਾਂਝਾ, ਇਸ ਲਈ ਜੇ ਸਿਮਰਨ ਨਹੀਂ ਹੁੰਦਾ ਤਾਂ ਸੇਵਾ ਜ਼ਰੂਰ ਕਰਿਆ ਕਰ। ਅੱਗੋਂ ਰੁੱਖੇ ਸ਼ਬਦਾਂ 'ਚ ਬੋਲਿਆ ਕਿ ਮੈਂ ਤੁਹਾਡੇ ਜੱਟਾਂ ਦੀ ਆਖੇ ਲਾ ਕੇ ਸੇਵਾ ਨਹੀਂ ਕਰਨੀ ਕੋਨੀ। ਜੇ ਗੁਰੂ ਸਾਹਿਬ ਜੀ ਖੁਦ ਮੈਨੂੰ ਆਪ ਕਹਿਣਗੇ ਤਾਂ ਮੈਂ ਸੇਵਾ ਕਰਾਂਗਾ। ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਉਸ ਦੀ ਮੂਰਖਤਾ ਦੇ ਬਚਨ ਸੁਣ ਕੇ ਚੁੱਪ ਕਰਕੇ ਵੀ ਇਹਦੇ ਕਰਮ ਹੀ ਇਸ ਤਰ੍ਹਾਂ ਦੇ ਨੇ, ਖਿਮਾ ਕਰ ਦਿੱਤਾ ਕਿ ਇਹਦਾ ਕੋਈ ਮਾੜਾ ਕਰਮ ਇਹਦੇ ਅੱਗੇ ਆ ਰਿਹਾ ਹੈ। ਬਾਬਾ ਬੁੱਢਾ ਸਾਹਿਬ ਨੇ ਬਚਨ ਕਹਿਣ ਤੋਂ ਸੰਕੋਚ ਕੀਤਾ। ਲਗਾਤਾਰ ਫਿਰ 6 ਮਹੀਨੇ ਲੰਘ ਗਏ। ਇਹ ਆਪਣੇ ਸੁਭਾਅ ਅਨੁਸਾਰ ਸੁੱਤਾ ਪਿਆ ਸੀ। ਇੱਕ ਦਿਨ ਕੁਦਰਤੀ ਐਸਾ ਸਮਾਂ ਆ ਗਿਆ ਕਿ ਲੰਗਰ ਛਕਣ ਲਈ ਸੰਗਤਾਂ ਦੀ ਪੰਗਤ ਲੱਗ ਗਈ। ਸੰਗਤ ਵਿੱਚ ਗੁਰੂ ਜੀ ਦਾ ਆਸਣ ਕੁਦਰਤੀ ਉਸ ਸਥਾਨ 'ਤੇ ਲਗਾ ਦਿੱਤਾ ਜਿਸ ਦੇ ਸਾਹਮਣੇ ਵਾਲੀ ਕੋਠੜੀ ਵਿੱਚ ਇਹ ਖੀਰਖਾਨਾ ਸਿੱਖ ਸੁੱਤਾ ਪਿਆ ਸੀ। ਜਦ ਸਤਿਗੁਰੂ ਜੀ ਆਪਣੇ ਆਸਣ ਦੇ ਬਿਰਾਜ ਗਏ ਤਾਂ ਸਿਆਣੇ ਸਿੱਖ ਸੰਗਤ ਸਮੇਤ ਉੱਚੀ ਆਵਾਜ਼ ਵਿੱਚ ਸ਼ਬਦ ਪੜ੍ਹਨ ਲੱਗ ਪਏ। ਸ਼ਬਦ ਦੀ ਆਵਾਜ਼ ਸੁਣ ਕੇ ਇਹ ਖੀਰਖਾਨਾ ਸਿੱਖ ਵੀ ਅੱਖਾਂ ਮਲਦਾ, ਉਬਾਸੀਆਂ ਲੈਂਦਾ ਸੰਗਤ ਵੱਲ ਤੁਰ ਪਿਆ। ਤਾਂ ਸਾਹਮਣੇ ਗੁਰੂ ਸਾਹਿਬ ਜੀ ਬੈਠੇ ਨਜ਼ਰ ਆਏ। ਮੱਥਾ ਤਾਂ ਹੁਣ ਟੇਕਣਾ ਪੈਣਾ ਸੀਗਾ। ਦੀਵਾਨ 'ਚ ਤਾਂ ਕਦੀ ਜਾ ਕੇ ਟੇਕਿਆ ਨਹੀਂ ਸੀ। ਸਤਿਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ। ਅੰਦਰ ਜਾਮੀ ਸਤਿਗੁਰੂ ਜੀ ਜਾਣਦੇ ਭਾਵੇਂ ਪਹਿਲਾਂ ਵੀ ਸਨ ਸਭ ਕੁਝ, ਪਰ ਉਹਨੂੰ ਖਿਮਾ ਕਰਦੇ ਰਹੇ, ਪ੍ਰਗਟ ਨਹੀਂ ਕੀਤਾ। ਅੱਜ ਸੰਗਤ ਵਿੱਚ ਜਦ ਸਾਰਿਆਂ ਦੇ ਸਾਹਮਣੇ ਆਇਆ, ਮਹਾਰਾਜ ਨੇ ਕੁਦਰਤੀ ਪੁੱਛਿਆ, ਕਹਿੰਦਾ ਕਿੱਥੇ ਰਹਿੰਦਾ ਸਿੱਖਾ ਭਾਈ, ਕੀ ਸੇਵਾ ਨਿਭਾਉਂਦਾ ਹੈ? ਇਹਨੇ ਕਿਹਾ ਸਤਿਗੁਰੂ ਜੀ 6 ਮਹੀਨੇ ਤੋਂ ਮੈਂ ਆਪ ਜੀ ਦੇ ਚਰਨਾਂ 'ਚ ਰਹਿੰਦਾ ਹਾਂ। ਮਹਾਰਾਜ ਕਹਿੰਦੇ ਕਦੀ ਵੇਖਿਆ ਤਾਂ ਹੈ ਨਹੀਂ ਤੈਨੂੰ, ਨਾ ਕਦੀ ਸੰਗਤ 'ਚ ਬੈਠਾ ਦੇਖਿਆ, ਨਾ ਕਦੀ ਲੰਗਰ 'ਚ ਦੇਖਿਆ, ਨਾ ਕੋਈ ਸੇਵਾ ਕਰਦਾ ਦੇਖਿਆ, ਤੇ ਤੂੰ ਕਰਦਾ ਕੀ ਹੁੰਨਾ? ਕਹਿੰਦਾ ਜੀ ਮੈਨੂੰ ਸਿੱਖਾਂ ਨੇ ਕਿਹਾ ਤਾਂ ਸੀ ਕਿ ਸੇਵਾ ਕਰਿਆ ਕਰ। ਮੈਂ ਪਰ ਤੁਹਾਡਾ ਆਗਿਆਕਾਰੀ ਸਿੱਖਾਂ, ਸਿੱਖਾਂ ਦਾ ਨਹੀਂ। ਮੈਂ ਨਹੀਂ ਕਿਸੇ ਨੂੰ ਮੰਨਦਾ ਮੁੰਦਾ ਤੁਹਾਥੋਂ ਬਗੈਰ, ਹੋਰ ਮੈਂ ਕਿਸੇ ਦੀ ਆਖੇ ਨਹੀਂ ਕੁਝ ਕੀਤਾ, ਤੇ ਆਪ ਜੀ ਨੇ ਕੋਈ ਸੇਵਾ ਮੈਨੂੰ ਦੱਸੀ ਨਹੀਂ, ਇਸ ਲਈ ਮੈਂ ਕੋਈ ਸੇਵਾ ਨਹੀਂ ਕੀਤੀ। ਤਾਂ ਗੁਰੂ ਮਹਾਰਾਜ ਉਹਨੂੰ ਕਹਿਣ ਲੱਗੇ ਕਿ ਹੇ ਗੁਰਮੁਖਾ, ਕਹਿਣ ਲੱਗਿਓ ਗੁਰਬਾਕ ਕਹਸ ਜਿਮਾ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਬਚਨ ਆਖੋਗੇ, ਟਹਿਲ ਕਰੋ ਤਿਸ ਕਾਲ ਭਲੀ ਤੈਮਾ। ਇਸੇ ਪ੍ਰਕਾਰ ਮੈਂ ਉਸੇ ਤਰ੍ਹਾਂ ਹੀ ਟਹਿਲ ਸੇਵਾ ਕਰਾਂਗਾ। ਕਹਿਓ ਪਰ ਕੋ ਮਾਨਾ ਨਾਹੀ, ਮੈਂ ਕਿਸੇ ਹੋਰ ਦਾ ਕਿਹਾ ਨਹੀਂ ਮੰਨਾਂਗਾ। ਯਹ ਨਿਚੈ ਮੇਰੇ ਮਨ ਮਾਹੀ, ਇਹ ਮੇਰੇ ਮਨ ਦੇ ਵਿੱਚ ਨਿਸ਼ਚਾ ਹੈ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੇ ਭਾਈ ਸਿੱਖ, ਹੁਣ ਮੈਂ ਤੈਨੂੰ ਕੀ ਸੇਵਾ ਦੱਸਾਂ? ਜਦ ਮੈਂ ਸੇਵਾ ਦੱਸੀ ਸੀ ਉਦੋਂ ਤਾਂ ਤੂੰ ਕੀਤੀ ਨਹੀਂ ਸੀ। ਤਾਂ ਸਿੱਖ ਨੇ ਕਿਹਾ, ਮਹਾਰਾਜ ਇਹ ਕਿਵੇਂ ਹੋ ਸਕਦਾ ਕਿ ਮੈਂ ਇੰਨਾ ਭੁੱਲਦਾ ਹੋਵਾਂ? ਆਪ ਜੀ ਨੇ ਸੇਵਾ ਦੱਸੀ ਹੋਵੇ ਤੇ ਮੈਂ ਕਰਾਂ ਨਾ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਪ੍ਰਭ ਜੀ ਵਸੈ ਹੈ ਸਾਧ ਕੀ ਰਸਨਾ। ਸਿੱਖਾਂ ਦੀ ਰਸਨਾ ਦੁਆਰਾ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜੀ ਦੀ ਰਸਨਾ 'ਤੇ ਬਹਿ ਕੇ ਮੈਂ ਤੈਨੂੰ ਸੇਵਾ ਦੱਸੀ ਸੀ।
ਪਰ ਤੂੰ ਸਮਝਿਆ ਨਹੀਂ, ਪ੍ਰਮਾਨ ਨਹੀਂ ਕੀਤੀ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੈ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਜੋ ਵੀ ਸਿੱਖਾਂ ਨੂੰ ਚੰਗਾ ਲੱਗਦਾ ਹੈ, ਕਿਉਂਕਿ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਤੋਂ ਕੁਛ ਬੁਰਾ ਹੁੰਦਾ ਹੀ ਨਹੀਂ, ਉਹਦੇ ਕੋਲ ਸਾਰਾ ਕੁਝ ਭਲਾ ਹੀ ਹੁੰਦਾ। ਇਸ ਲਈ ਗੁਰੂ ਜੀ ਨੂੰ ਵੀ ਉਹੀ ਪ੍ਰਮਾਣ ਹੈ। ਸਿੱਖਾਂ ਵਿੱਚ ਵੀ ਗੁਰੂ ਵਰਤਦਾ ਹੈ। ਹੁਣ ਤੂੰ ਕੀ ਸੇਵਾ ਕਰੇਗਾ? ਤੇਰੀ ਜ਼ਿੰਦਗੀ 8 ਪੈਰ ਦੀ ਰਹਿ ਗਈ, ਮੈਂ ਕੀ ਤੈਨੂੰ ਦੱਸਾਂ। ਸਤਿਗੁਰੂ ਜੀ ਨੇ ਕਿਹਾ, ਸਿੱਖਾ ਜੋ ਵੀ ਮੇਰੇ ਕੋਲ ਆਉਂਦਾ ਹੈ ਮੈਂ ਉਸ ਦਾ ਭਲਾ ਕਰਨਾ ਚਾਹੁੰਦਾ ਹਾਂ, ਪਰ ਜਦੋਂ ਸਿੱਖ ਹੀ ਭਲਾ ਨਾ ਕਰਾਉਣਾ ਚਾਹੁੰਦਾ ਹੋਵੇ ਤਾਂ ਗੁਰੂ ਦੱਸ ਕੀ ਕਰ ਸਕਦਾ ਹੈ। ਫਿਰ ਗੁਰੂ ਜੀ ਦੇ ਚਰਨ ਫੜ ਕੇ ਕਹਿਣ ਲੱਗਾ, ਮਹਾਰਾਜ ਮੇਰੇ ਤੇ ਦਇਆ ਕਰੋ। ਗੁਰੂ ਜੀ ਨੇ ਕਿਹਾ, ਸਿੱਖਾ ਫਿਰ ਬਚਨ ਮੰਨਣਾ ਪਵੇਗਾ। ਇਹਨੇ ਕਾਹਲੀ ਨਾਲ ਕਹਿ ਦਿੱਤਾ ਵੀ ਹਾਂਜੀ ਹੁਕਮ ਕਰਕੇ ਤਾਂ ਦੇਖੋ, ਮੈਂ ਮੰਨਣ ਲਈ ਤਿਆਰ ਬੈਠਾ। ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਦਾ ਤੇਰੇ ਭਲੇ ਦਾ ਇੱਕੋ ਹੀ ਉਪਾਅ ਹੈ ਵੀ ਹੁਣ ਗੁਰਦੁਆਰਾ ਛੱਡ ਦੇ। ਤੇਰੇ ਕਰਮਾਂ 'ਚ ਜੋ ਕੁਛ ਲਿਖਿਆ ਸੀ ਸੋ ਤੂੰ ਖਾ ਪਕਾ ਲਿਆ। ਹੁਣ ਤੂੰ ਜੰਗਲ ਨੂੰ ਚਲਾ ਜਾ, ਜੰਗਲ ਵਿੱਚ ਜਾ ਕੇ ਤੇ ਉੱਥੇ ਲੱਕੜਾਂ ਇਕੱਠੀਆਂ ਕਰ, ਆਪਣੀ ਜਗ੍ਹਾ ਖੁਦ ਆਪ ਬਣਾ ਤੇ ਆਪ ਹੀ ਉਹਨੂੰ ਅੱਗ ਲਾ ਕੇ ਮਾਰ ਕੇ ਛਾਲ ਉਹਦੇ 'ਚ ਭਸਮ ਹੋ ਜਾ। ਤੇਰੀ ਕਲਿਆਣ ਇਸੇ ਵਿੱਚ ਹੀ ਹੈ। ਅਸੀਂ ਤੈਨੂੰ ਮੁਕਤ ਕਰ ਦਿਆਂਗੇ ਜੇ ਤੂੰ ਸਾਡਾ ਬਚਨ ਮੰਨ ਕੇ ਜਿਉਂਦਾ ਸੜ ਮਰੇਗਾ। ਅਗਰ ਤੂੰ ਇਹ ਬਚਨ ਮੰਨਣਾ ਕੀਤਾ ਤਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਿਫਾਰਿਸ਼ ਪਾ ਕੇ ਤੇਰਾ ਭਲਾ ਕਰਾਂਗੇ। ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰਨਗੇ। ਗੁਰਤਾ ਗੱਦੀ ਤੋਂ ਭਜਨ ਹੋ ਰਿਹਾ, ਤੂੰ ਨਰਕਾਂ ਨੂੰ ਨਹੀਂ ਜਾਏਗਾ। ਤੇਰੇ ਸਾਰੇ ਜਿੰਨੇ ਵੀ ਕਰਮ ਨੇ ਧੋਤੇ ਜਾਣਗੇ, ਕਿਉਂਕਿ ਜਿਨ੍ਹਾਂ ਦਾ ਖਾਧਾ ਹੈ ਤਿਲ ਫੁਲ ਗੁਰੂ ਘਰ ਦੇ ਵਿੱਚ ਆਇਆ, ਫਿਰ ਲੇਖਾ ਦੇਣਾ ਪੈਂਦਾ। ਇਸ ਲਈ ਕੁਛ ਨਾ ਕੁਛ ਤਾਂ ਹੁਣ ਕੰਮ ਕਰਨਾ ਪਊਗਾ, ਤਾਂ ਹੀ ਕਰਮ ਸੜਨਗੇ। ਇਹ 7 ਵਚਨ ਕਹਿ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਜੰਗਲ ਵੱਲ ਨੂੰ ਤੁਰ ਪਿਆ, ਪਰ ਮਨ 'ਚ ਗੁੱਸਾ ਬੜਾ ਆਇਆ। ਕਹਿੰਦਾ ਜਾਂਦਾ ਕਿ ਇਹਨਾਂ ਜੱਟਾਂ ਨੇ ਮੈਨੂੰ ਖੀਰ ਖਾਂਦੇ ਨੂੰ ਜਰਿਆ ਨਹੀਂ ਹੈ, ਤੇ ਵੇਖੋ ਸ਼ਿਕਾਇਤਾਂ ਲਾ ਕੇ ਸਤਿਗੁਰਾਂ ਦੇ ਪਾਸੋਂ ਇਹ ਬਚਨ ਕਰਵਾ ਕੇ ਮੈਨੂੰ ਕਢਵਾ ਦਿੱਤਾ ਹੈ। ਸਿੱਖਾਂ ਨੇ ਪਤਾ ਨਹੀਂ ਕਿਹੜੇ ਜਨਮ ਦਾ ਮੇਰੇ ਕੋਲ ਬਦਲਾ ਲਿਆ, ਜਿਹੜਾ ਗੁਰੂ ਜੀ ਤੋਂ ਐਸਾ ਕਠੋਰ ਬਚਨ ਕਰਵਾ ਦਿੱਤਾ। ਅੱਜ ਤੱਕ ਕਿਸੇ ਸਿੱਖ ਨੂੰ ਮਹਾਰਾਜ ਨੇ ਇੰਝ ਤਾਂ ਕਦੀ ਵੀ ਨਹੀਂ ਆਖਿਆ ਕਿ ਸੜ ਕੇ ਮਰ ਜਾ। ਮੈਨੂੰ ਕਿਉਂ ਆਖਿਆ? ਇਹ ਸਾਰਾ ਕੰਮ ਬਾਬੇ ਬੁੱਢੇ ਦਾ ਹੋਊਗਾ। ਇਉਂ ਬੇਸਦਕਾ ਜਿਹਾ ਹੋ ਗਿਆ। ਸਿੱਖੀ ਭਰੋਸੇ ਦੀ ਹੈ, ਭਰੋਸਾ ਗਿਆ ਤਾਂ ਸਿੱਖੀ ਵੀ ਗਈ। ਸਿੱਖ ਦਾ ਭਲਾ ਨਹੀਂ ਹੁੰਦਾ। ਹੁਣ ਇਹ ਬੇਸਦਕਾ ਸਿੱਖ ਜਿਹਨੇ ਚਿਖਾ ਵੀ ਬਣਾ ਲਈ, ਚਿਖਾ ਨੂੰ ਅੱਗ ਵੀ ਲਾ ਲਈ, ਪਰ ਸੜਨ ਦਾ ਹੌਸਲਾ ਕੌਣ ਕਰੇ? ਜੇ ਤਾਂ ਸੇਵਾ ਕਰਕੇ ਮਨ ਪੱਕਾ ਕੀਤਾ ਹੁੰਦਾ, ਬਚਨ ਦਾ ਫਿਰ ਹੀ ਮੰਨਿਆ ਜਾਣਾ ਸੀਗਾ। ਸੇਵਾ ਤਾਂ ਕੀਤੀ ਨਹੀਂ, ਬਚਨ ਹੁਣ ਕੌਣ ਮੰਨੇ? ਬਚਨ ਮੰਨਣਾ ਕਿਹੜਾ ਸੌਖਾ ਹੈ? ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਸੇਕ ਵੱਧਦਾ ਗਿਆ ਤਿਵੇਂ ਤਿਵੇਂ ਦੂਰ ਨੂੰ ਭੱਜਦਾ ਗਿਆ। ਉਧਰ ਇੱਕ ਚੋਰੀ ਕਰਕੇ ਚੋਰ, ਜਿਹਦਾ ਇਤਿਹਾਸ 'ਚ ਨਾਮ ਮੇਰਾ ਲਿਖਿਆ, ਮੇਰਾ ਧਾੜਵੀ, ਉਹ ਚੋਰੀ ਕਰਕੇ ਧਨ ਲੈ ਕੇ ਸਿਪਾਹੀਆਂ ਤੋਂ ਬਚਣ ਲਈ ਦੌੜਿਆ ਆ ਰਿਹਾ ਸੀ। ਜਦੋਂ ਬਲ ਦੀ ਚਿਖਾ ਉਹਨੇ ਵੇਖੀ, ਮੇਰੇ ਧਾੜਵੀ ਨੇ ਸੋਚਿਆ ਕਿ ਵਿਚਾਰੇ ਦਾ ਕੋਈ ਸੰਬੰਧੀ ਮਰ ਗਿਆ ਹੋਊਗਾ। ਹਮਦਰਦੀ ਕਰਨ ਲਈ ਕੋਲ ਖੜ ਗਿਆ, ਪੁੱਛਿਆ ਵੀ ਕੌਣ ਮਰ ਗਿਆ? ਬੜਾ ਮਾੜਾ ਹੋਇਆ। ਇਹ ਭਾਈ ਪਹਿਰਾਵੇ ਤੂੰ ਗੁਰੂ ਜੀ ਦਾ ਸਿੱਖ ਲੱਗਦਾ, ਤੇਰਾ ਕਿਹੜਾ ਸੰਬੰਧੀ ਪਿਆਰਾ ਜਿਹੜਾ ਚੜ੍ਹਾਈ ਕਰ ਗਿਆ? ਮੇਰੇ ਸਮਝ ਨਹੀਂ ਆ ਰਿਹਾ ਕਿ ਤੂੰ ਇਕੱਲਾ ਹੀ ਇਹਦਾ ਸੰਸਕਾਰ ਕਿਉਂ ਕਰ ਰਿਹਾ? ਸੰਸਕਾਰ ਲਈ ਤਾਂ ਕਾਫੀ ਲੋਕ ਹੁੰਦੇ ਨੇ। ਅੱਗੋਂ ਖੀਰ ਖਾਣਾ ਸਿੱਖ ਬੋਲਿਆ ਕਿ ਜਿਹਦੀ ਚਿਖਾ ਮਚ ਰਹੀ ਹੈ ਉਹ ਚਿਖਾ ਵਿੱਚ ਹੈ ਹੀ ਨਹੀਂ, ਬਲਕਿ ਤੇਰੇ ਸਾਹਮਣੇ ਚਿਖਾ ਤੋਂ ਬਾਹਰ ਖੜਾ ਹੈ। ਮਤਲਬ ਚਿਖਾ ਮੇਰੀ ਵੀ ਮਚ ਰਹੀ ਹੈ। ਇਹ ਚਿਖਾ ਮੈਂ ਆਪਣੇ ਸਾੜਨ ਲਈ ਬਾਲੀ ਹੋਈ ਹੈ। ਮੇਰਾ ਧਾੜ ਵੀ ਹੋਰ ਹੈਰਾਨ ਹੋ ਗਿਆ ਵੀ ਚੰਗਾ ਬੰਦਾ। ਪੁੱਛਣ ਲੱਗਾ ਕਿ ਸੜ ਕੇ ਕਿਉਂ ਮਰਨਾ ਚਾਹੁੰਦਾ ਹੈ? ਇਹ ਸਰੀਰ ਸੜ ਕੇ ਮਰਨ ਵਾਸਤੇ ਤਾਂ ਹੈ ਨਹੀਂ। ਸਿੱਖ ਨੇ ਕਿਹਾ ਵੀ ਇਹੀ ਤਾਂ ਸੋਚ ਕੇ ਮੈਂ ਚੱਕਰ ਕੱਢ ਰਿਹਾ
ਵੀ ਚੰਗਾ ਭਲਾ ਮੇਰਾ ਸਰੀਰ ਹੈ, ਮੈਨੂੰ ਕਿਉਂ ਸਾੜਾਂ। ਭਾਈ ਮੇਰੇ ਨਾਲ ਤਾਂ ਮੇਰੇ ਗੁਰ ਭਾਈਆਂ ਨੇ ਹੀ ਬੁਰੀ ਕਰਾਈ ਹੈ। ਜਿਹੜੇ ਗੁਰੂ ਜੀ ਦੇ ਸੇਵਾਦਾਰ ਜਥੇਦਾਰ ਨੇ, ਉਹਨਾਂ ਮੇਰੇ ਨਾਲ ਈਰਖਾ ਕੀਤੀ। ਮੇਰੀ ਸ਼ਿਕਾਇਤ ਗੁਰੂ ਜੀ ਕੋਲ ਲਾ ਕੇ ਮੈਨੂੰ ਸੜ ਕੇ ਮਰਨ ਦਾ ਹੁਕਮ ਗੁਰੂ ਜੀ ਕੋਲੋਂ ਕਰਵਾ ਦਿੱਤਾ, ਤੇ ਨਾਲ ਹੀ ਕਹਿ ਦਿੱਤਾ ਕਿ ਤੇਰੀ ਇਹਦੇ ਵਿੱਚ ਹੀ ਕਲਿਆਣ ਹੈ। ਉਸ ਮੇਰੇ ਧਾੜਵੀ ਦੇ ਕੋਈ ਪੂਰਬਲੇ ਭਾਗ ਜਾ ਗਿਆ ਸੀ ਤਾਂ ਉਹ ਚੋਰ, ਤੇ ਕੀਮਤਾ ਕਿਹੜੇ ਵੇਲੇ ਕਿਰਪਾ ਹੋ ਜਾਣੀ। ਕਹਿਣ ਲੱਗਾ ਕਿ ਹੇ ਸਿੱਖਾ, ਜੇ ਤੇਰਾ ਮਰਨ ਨੂੰ ਜੀ ਨਹੀਂ ਕਰਦਾ ਤਾਂ ਤੇਰੀ ਗੱਲ ਸੁਣ ਕੇ ਮੇਰਾ ਮਨ ਮਰਨ ਲਈ ਤਿਆਰ ਹੋ ਗਿਆ। ਜ਼ਰੂਰ ਪੁਲਿਸ ਵਾਲਿਆਂ ਦੇ ਢਕੇ ਆ ਕੇ ਕੁੱਟ ਖਾ ਖਾ ਮਰਨਾ, ਤੇ ਮਾਰ ਮੈਨੂੰ ਦੇਣਾ ਉਹਨਾਂ ਨੇ, ਫਾਂਸੀ ਤੇ ਚੜ੍ਹ ਕੇ ਮਰੂੰਗਾ। ਗੁਰੂ ਜੀ ਦੇ ਬਚਨ ਦੀ ਬਰਕਤ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦੇਵੇਗੀ। ਮੇਰੇ ਕੋਲ ਆ ਧਨ ਦੀ ਗਠੜੀ ਹੈ, ਵੀਰ ਬਣ ਕੇ ਆ ਲੈ ਲਾ, ਜੋ ਤੇਰੇ ਪੁੱਤ ਪੋਤਰਿਆਂ ਤੱਕ ਮੁੱਕੇਗੀ ਨਹੀਂ। ਤੂੰ ਖਡੂਰ ਸਾਹਿਬ ਵੱਲ ਇੱਕ ਵਾਰ ਮੂੰਹ ਕਰਕੇ ਗੁਰੂ ਅੰਗਦ ਦੇਵ ਜੀ ਦਾ ਧਿਆਨ ਧਾਰ ਕੇ ਹੱਥ ਜੋੜ ਕੇ ਕਹਿ ਦੇ, ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਜਿਹੜਾ ਬਚਨ ਤੁਸੀਂ ਮੈਨੂੰ ਕੀਤਾ, ਇਹ ਮੈਂ ਮੇਰੇ ਧਾੜਵੀ ਨੂੰ ਅਰਦਾਸ ਕਰ ਰਿਹਾ ਹਾਂ। ਉਹਦੇ ਲਈ ਇਹ ਕਹਿ ਦੇ ਵੀ ਉਹਦਾ ਫਲ ਮੇਰੇ ਧਾੜਵੀ ਨੂੰ ਮਿਲੇ ਜੋ ਤੁਸਾਂ ਨੇ ਬਚਨ ਕੀਤਾ। ਮੈਂ ਗੁਰੂ ਜੀ ਦੇ ਬਚਨ ਅਨੁਸਾਰ ਮਰਾਂਗਾ। ਜਿਹੜੀ ਬਖਸ਼ਿਸ਼ ਮਹਾਰਾਜ ਨੇ ਤੈਨੂੰ ਬਚਨ ਦੇ ਵਿੱਚ ਕੀਤੀ ਹੈ, ਉਹ ਮੇਰੇ ਕੋਲ ਆ ਜਾਏ, ਇਹ ਅਰਦਾਸ ਕਰਦੇ। ਸਿੱਖ ਨੇ ਸਾਧ ਸੰਗਤ ਜੀਓ, ਉਹ ਧਨ ਪਦਾਰਥ ਦੇ ਲਾਲ ਵਿੱਚ ਆ ਕੇ, ਸੀ ਤਾਂ ਲਾਲਚੀ ਬੰਦਾ, ਕੇਵਲ ਖਾਣ ਪੀਣ ਲਈ ਆਇਆ ਸੀ ਗੁਰੂ ਘਰ। ਤੋ 5 ਪ੍ਰਕਾਰ ਦੀ ਸਿੱਖੀ, ਇੱਕ ਭੇਖ ਦੀ, ਇੱਕ ਵੇਖਾ ਵੇਖੀ ਦੀ, ਇੱਕ ਹਿਰਸ ਦੀ, ਇਹਦੀ ਲਾਲਚ ਦੀ ਸਿੱਖੀ ਸੀਗੀ। ਖਾਣ ਦਾ ਲਾਲਚ ਸੀ, ਪਹਿਨਣ ਭੋਗਣ ਦਾ ਲਾਲਚ ਸੀਗਾ। ਜਿਹਦੇ ਕਰਮਾਂ 'ਚ ਮੁਫਤ ਦੀਆਂ ਲਿਖੀਆਂ ਜਾਣ, ਉਹ ਕਰਕੇ ਕਿੱਥੋਂ ਖਾ ਸਕਦਾ। ਤੋ 2 ਪ੍ਰਕਾਰ ਦੀ ਸਿੱਖੀ, ਸਿਦਕ ਤੇ ਪਿਆਰ ਦੀ ਸਿੱਖੀ ਪ੍ਰਵਾਨ ਹੈ। ਇਸ ਲਈ ਸੋ ਇਹ ਲਾਲਚੀ ਸਿੱਖ ਸੀਗਾ। ਇਹਨੇ ਧਨ ਦੇ ਬਦਲੇ ਗੁਰੂ ਮਹਾਰਾਜ ਦੇ ਬਚਨ ਨੂੰ ਵੇਚ ਦਿੱਤਾ। ਵੇਚਣੀ ਤਾਂ ਪੋਥੀ ਵੀ ਨਹੀਂ ਚਾਹੀਦੀ, ਗੁਟਕਾ ਵੀ ਨਹੀਂ ਚਾਹੀਦਾ, ਕੋਈ ਵੀ ਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਵੇਚਣੀ ਇੱਕ ਬਹੁਤ ਵੱਡਾ ਗੁਨਾਹ ਤੇ ਪਾਪ ਹੈ। ਜਿਸ ਤਰ੍ਹਾਂ ਮਿਲੀ ਹੋਵੇ ਉਸੇ ਤਰ੍ਹਾਂ ਹੀ ਅੱਗੇ ਪੁੰਨ ਅਰਥ ਦੇ ਦੇਣੀ ਚਾਹੀਦੀ, ਜੇ ਗਾਂ ਦੇਣੀ ਵੀ ਪਵੇ। ਸੋ ਮੇਰੇ ਧਾੜਵੀ ਨੇ ਹੱਥ ਜੋੜ ਕੇ ਕਿਹਾ ਕਿ ਸਤਿਗੁਰੂ ਜੀ, ਮੈਂ ਤੁਹਾਡੇ ਬਚਨ ਦੇ ਭਰੋਸੇ ਆਪਣਾ ਸਰੀਰ ਸਾੜਨ ਲੱਗਾ, ਅੱਗੇ ਪਰਲੋਕ ਵਿੱਚ ਮੇਰੀ ਰੱਖਿਆ ਕਰਨੀ। ਇਹ ਕਹਿ ਕੇ ਚਿਖਾ ਛਾਲ ਮਾਰ ਦਿੱਤੀ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਸੁਰਪੁਰ ਤੇ ਬਿਬਾਨ ਚਲ ਆਵਾ, ਤਾਂ ਸੱਚਖੰਡ ਦੇ ਵਿੱਚੋਂ ਬਿਬਾਨ ਚੱਲ ਕੇ ਆਇਆ। ਉਡਣ ਖਲੋਟੋਲਾ, ਹੈਲੀਕਾਪਟਰ, ਹਵਾਈ ਜਹਾਜ਼ ਕਹਿ ਲਓ। ਹੈਲੀਕਾਪਟਰ, ਹਵਾਈ ਜਹਾਜ਼ ਤਾਂ ਪੈਟਰੋਲੀਅਮ ਆਦਿਕ ਪੀਂਦਾ, ਡਰਾਈਵਰ ਚਲਾਉਂਦਾ, ਪਰ ਇਹ ਜਿਹੜਾ ਹੈ ਇਹ ਵਾਹਿਗੁਰੂ ਦੀ ਬਖਸ਼ਿਸ਼ ਵਾਲਾ, ਬਿਨਾਂ ਹੀ ਕਿਸੇ ਸਾਧਨ ਤੋਂ ਤੇ ਰੱਬ ਦੀ ਸ਼ਕਤੀ ਨਾਲ ਹੀ ਚੱਲਦਾ। ਮਹਾਰਾਜ ਆਪਦੇ ਪਿਆਰੇ ਸਿੱਖਾਂ ਨੂੰ ਭੇਜਦਾ ਲੈਣ ਲਈ। ਉਹ ਚੱਲ ਕੇ ਆਇਆ। ਸਾਦਰ ਕਹਿ ਕੇ ਤੁਰਤ ਚੜਾਵਾ, ਬੜੇ ਸਤਿਕਾਰ ਨਾਲ ਕਹਿ ਕੇ ਕਿ ਆਓ ਭਾਈ ਸਿੱਖੋ ਆਓ। ਉਹਨੂੰ ਦੇਵਤਿਆਂ ਨੇ ਫੜ ਕੇ ਤੇ ਉਸ ਉੱਡਣ ਖਟੋਲੇ ਤੇ ਉਸ ਵਿਭਾਨ ਦੇ ਉੱਪਰ ਚੜਾਇਆ। ਸੋਖੇ ਅਨੰਤ ਮੈਂ ਜਾਏ ਰਹਿਓ ਹੈ, ਬੇਅੰਤ ਸੁੱਖਾਂ ਵਾਲੇ ਅਸਥਾਨ ਦੇ ਜਿੱਥੇ ਹਰਖ ਅਨੰਤ ਬੇਅੰਤ ਖੁਸ਼ੀਆਂ ਨੇ, ਸੋਗ ਨਹੀਂ ਬੀਆ। ਦੂਜੇ ਸੋਗ ਦਾ ਤਾਂ ਨਾਮੋ ਨਿਸ਼ਾਨ ਤੱਕ ਨਹੀਂ ਹੈ। ਸੋ ਘਰ ਗੁਰੂ ਨਾਨਕ ਹੋਦੀਆ। ਉਹ ਜਿਹੜਾ ਘਰ ਸੱਚਖੰਡ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਮਹਾਰਾਜ ਨੇ ਬਖਸ਼ਿਆ, ਉੱਥੇ ਚਲਾ ਗਿਆ। ਗੁਰ ਬਚ ਤੇ ਅੰਗ ਦੇਹ ਦਹਿਓ ਹੈ, ਕਿਉਂਕਿ ਮੇਰੇ ਧਾੜਵੀ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਆਪਦੇ ਸਰੀਰ ਨੂੰ ਸਾੜਿਆ। ਗੁਰੂ ਬਚਨ ਪਰ ਜਿਹ ਪਰਤੀਤਾ, ਜਿਸ ਦਾ ਕਿ ਗੁਰੂ ਸਾਹਿਬ ਦੇ ਬਚਨਾਂ ਦੇ ਉੱਪਰ ਭਰੋਸਾ ਹੈ। ਤਿਸ ਮਿਲ ਹੈ ਉੱਚੋ ਪਦ ਨੀਤਾ,
गुर कै गृह सेवक जो रहे, गुर की आज्ञा मन में सह, आपस को कर कश न जनावै, हर हर नाम हृदय सत्य आवे, मन बेचै सतगुर कै पास, ते सेवक के कारज रास। सेवा करत हुए ने कामी, तिसको होत प्राप्त स्वामी, आपस को कर कश न जनावै, हर हर नाम हृदय सत्य आवे। जिहड़ा निमरता रख के महाराज की सेवा करदा, बचन मनण की सब तो उत्तम सेवा, ਉਹਨੂੰ ਨੀਵੇਂ ਤੋਂ ਉੱਚਾ ਪਦਵੀ ਮਿਲ ਜਾਂਦੀ ਹੈ। ਇੱਥੇ ਤਾਂ ਸਾਧ ਸੰਗਤ ਜੀ ਉਹ ਗੁਰ ਪ੍ਰਤਾਪ ਦੇ ਕਰਤਾ ਕਵੀ ਭਾਈ ਸੰਤੋਖ ਸਿੰਘ ਦੀਆਂ ਪੰਕਤੀਆਂ ਨੇ ਜੋ ਲਿਖੀਆਂ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਪੜ੍ਹ ਕੇ ਸੁਣਾਈਆਂ ਨੇ। ਅਸੀਂ ਜੋ ਪ੍ਰਚਾਰਕ ਕਥਾਵਾਚਕ ਲੋਕ ਹਾਂ ਆਪਣੇ ਕੋਲੋਂ ਨਹੀਂ ਬੋਲ ਸਕਦੇ। ਟਕਸਾਲ ਦੇ ਵਿੱਚ ਸਿਖਾਇਆ ਜਾਂਦਾ ਹੈ। ਕਈ ਵਾਰ ਸੈਕਟਰੀ ਸਪੀਚ ਵਿੱਚ ਕਹਿ ਦਿੰਦਾ ਕਿ ਗਿਆਨੀ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ। ਸਟੇਜ ਦੇ ਉੱਪਰ ਬਹਿ ਕੇ ਗੁਰਦੁਆਰੇ ਦੇ ਸਪੀਕਰ ਗੁਰੂ ਜੀ ਦੀ ਸਟੇਜ ਉੱਪਰ ਬਹਿ ਕੇ ਕਦੀ ਵੀ ਆਪਣੇ ਵਿਚਾਰ ਨਹੀਂ ਦੇਈਦੇ ਵੀ ਮੇਰਾ ਮਨ ਕੀ ਕਹਿੰਦਾ। ਵਿਚਾਰ ਹੁੰਦੀ ਹੈ ਗੁਰਮਤਿ ਦੀ, ਜੋ ਗੁਰਬਾਣੀ ਦੇ ਮੁਤਾਬਕ ਹੋਵੇ ਅਤੇ ਗੁਰ ਇਤਿਹਾਸ ਦੇ ਜੋ ਕੁਛ ਪੰਨਿਆਂ ਦੇ ਉੱਪਰ ਲਿਖਿਆ ਹੋਇਆ ਗੁਰਮੁਖ ਪਿਆਰਿਆਂ ਨੇ ਉਹਦਾ ਹਵਾਲਾ ਦੇ ਕੇ ਸਾਧ ਸੰਗਤ ਜੀ ਗੁਰਮਤਿ ਵਿਚਾਰ ਕੀਤੀ ਜਾਂਦੀ ਹੈ। ਆਪਣੇ ਵੱਲੋਂ ਸਾਡਾ ਕੋਈ ਡਿਸੀਜਨ ਨਹੀਂ ਹੁੰਦਾ। ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੇਰਾ ਧਾੜ ਵੀ ਸੱਚਮੁੱਚ ਹੀ ਉਹ ਚੜ੍ਹਾਈ ਕਰ ਗਿਆ ਜਿਉਂਦਾ ਸੜ ਕੇ, ਕਿਉਂਕਿ ਜੋ ਗਿਆਨੀ ਗਿਆਨ ਸਿੰਘ ਜੀ ਹਨ ਤਵਾਰੀ ਗੁਰੂ ਖਾਲਸਾ ਦੇ ਕਰਤਾ, ਉਹਨਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਮੇਰੇ ਧਾੜਵੀ ਬਾਬਤ ਹੀ ਲਿਖਿਆ ਹੋਇਆ ਕਿ ਜਿਹਦੀ ਮੌਤ ਆਈ ਸੀ ਉਹ ਤਾਂ ਬਾਹਰ ਖੜਾ ਸੀਗਾ, ਮੌਤ ਆਈ ਸੀ ਸਿੱਖ ਦੀ ਖੀਰਖਾਨੇ ਦੀ, ਤੇ ਇਹ ਮੇਰੇ ਧਾੜਵੀ ਦੀ ਮੌਤ ਆਈ ਨਹੀਂ ਸੀਗੀ। ਹੁਣ ਬਾਣੀ ਵਿੱਚ ਲਿਖਿਆ ਹੋਇਆ ਕਿ ਜਿੰਨਾ ਚਿਰ ਸਵਾਸ ਨਹੀਂ ਪੂਰੇ ਹੁੰਦੇ ਮੌਤ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਮਰਦਾ ਨਹੀਂ। ਗਨ ਕਾਲੇ ਸਭ ਦਿਵ ਸਾਸ, ਵੱਢਣ ਕੱਢਣ ਦਿਲ ਨੇ ਵੱਢਣ ਕੱਢਣ ਦਿਲ ਸਾਰ, ਜੀਵਨ ਲੋਰੈ ਪਰਮ ਉਹ ਨਾਨਕ ਦੇਵ ਗਵਾਰ। ਜਿਹਦੀ ਆਈ ਆ ਉਹਨੂੰ ਬਚਾ ਨਹੀਂ ਸਕਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਮੇਰੇ ਧਾੜਵੀ ਨੇ ਛਾਲ ਤਾਂ ਮਾਰ ਦਿੱਤੀ ਪਰ ਉਹਦਾ ਧਿਆਨ ਗੁਰੂ ਜੀ ਦੇ ਚਰਨਾਂ ਖਡੂਰ ਸਾਹਿਬ ਸੀਗਾ। ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਉਹਨੂੰ ਅੱਗ ਦਾ ਸੇਕ ਨਹੀਂ ਲੱਗਾ, ਸਾਰੀ ਅੱਗ ਬੁਝ ਗਈ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਸਾਖੀ ਪ੍ਰਸਿੱਧ ਹੈ ਕਿ ਉਹਦੀ ਭੂਆ ਹੋਲਕਾਂ ਦਾ ਸੜ ਗਈ ਸੀਗੀ ਪਰ ਪ੍ਰਹਿਲਾਦ ਨੂੰ ਆਂਚ ਨਹੀਂ ਆਈ। ਧੰਨ ਬਾਬਾ ਵਿਧੀ ਚੰਦ ਬਾਰੇ ਵੀ ਤੁਸੀਂ ਜਾਣਦੇ ਹੋ ਸਾਰੇ। ਗੁਰਦੁਆਰਾ ਭਾਟ ਸਾਹਿਬ ਇਸ ਗੱਲ ਦੀ ਗਵਾਹੀ ਭਰਦਾ ਕਿ ਬਾਬਾ ਜੀ ਦੁਸ਼ਾਲੀਆਂ ਸਮੇਤ ਪਠਿਆਰੇ ਦੇ ਕਹਿਣ ਤੋਂ ਭਾਟੇ ਛਾਲ ਮਾਰ ਕੇ ਬੈਠੇ ਰਹੇ। ਪਤਾ ਨਹੀਂ ਕਿੰਨਾ ਚਿਰ ਬੈਠੇ ਰਹੇ, 5-7 ਘੰਟੇ ਤਾਂ ਬੈਠੇ ਰਹੇ ਹੋਣਗੇ ਜਿੰਨਾ ਚਿਰ ਹਨੇਰਾ ਨਹੀਂ ਹੋਇਆ, ਤੇ ਦੁਪਹਿਰ ਤੋਂ ਬੈਠੇ ਹੋਣਗੇ। ਤੇ ਵੇਖੋ ਉਹਨਾਂ ਨੇ ਧਿਆਨ ਧਾਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ, ਉਹਨਾਂ ਦਾ ਇੱਕ ਵੀ ਰੋਮ ਨਹੀਂ ਸੜ ਸਕਿਆ। ਜਿਹੜੇ ਗਹਿਣੇ ਸੀ ਸੋਨੇ ਦੇ ਉਹ ਢਲ ਗਏ, ਉਹ ਜਿਹੜੇ ਉਹ ਮਾਈਆਂ ਕੋਲ ਲਵਾ ਕੇ ਲਿਆਂਦੇ ਸੀ ਬਾਬਾ ਜੀ ਨੇ, ਦੁਸ਼ਾਲਿਆਂ ਨਾਲ ਆਖਿਆ ਵੀ ਲਿਆਓ ਗਹਿਣੇ ਵੀ ਦਿਓ। ਇੰਨਾ ਤੁਸੀਂ ਖਪਾ ਮਰਾਇਆ ਮੇਰਾ, ਕਿੱਥੋਂ ਮੈਂ ਤੁਰਿਆ ਕਿੱਥੇ ਆਇਆ, ਕਿੰਨਾ ਕੁਛ ਕਰਨਾ ਪਿਆ ਤੁਹਾਡੇ ਲਈ, ਲਿਆਓ ਗਹਿਣੇ ਦਿਓ। ਪਰ ਚੋਰੀ ਦਾ ਮਾਲ ਗੁਰਦੁਆਰੇ ਨਹੀਂ ਲਿਜਾਈਦਾ, ਮਹਾਰਾਜ ਨੂੰ ਤਾਂ ਦਸਾਂ ਨੂੰ ਦੀ ਕਿਰਤ ਭੇਟਾ ਕਰੀਦੀ ਆ। ਉਹ ਜਿਹੜੇ ਗਹਿਣੇ ਮੋਲਡ ਹੋ ਗਏ ਸੀਗੇ ਸਵਾਹ ਦੇ ਵਿੱਚ, ਬਾਬਾ ਜੀ ਨੇ ਜਦ ਬਾਹਰ ਨਿਕਲਣਾ ਕੀਤਾ ਦਸ਼ਾਲੇ ਉਸੇ ਤਰ੍ਹਾਂ ਹੀ ਸੀਗੇ, ਕੱਪੜਾ ਨਹੀਂ ਸੜਿਆ, ਬਾਬਾ ਜੀ ਦਾ ਇੱਕ ਰੂਮ ਵੀ ਨਹੀਂ ਸੜਿਆ, ਗਹਿਣੇ ਮੋਲਡ ਹੋ ਗਏ। ਆਖਿਆ ਗੁਰਮੁਖਾ ਤੂੰ ਸੇਵਾ ਕੀਤੀ ਹੈ, ਮੈਨੂੰ ਜਗ੍ਹਾ ਦਿੱਤੀ ਭਾਵੇਂ ਬਲਦੀ ਭੱਠ 'ਚ ਹੀ ਦਿੱਤੀ ਹੈ, ਤੇਰਾ ਮੈਂ ਪਰਉਪਕਾਰ ਨਹੀਂ ਭੁਲਾਊਂਗਾ। ਜਿਹੜਾ ਮੈਂ ਸੋਨਾ ਲਵਾ ਕੇ ਲਿਆਂਦਾ ਸੀ ਬੀਬੀਆਂ ਦੇ ਕੋਲੋਂ ਤੇ ਉਹ ਇੱਥੇ ਸਵਾਹ ਦੇ ਵਿੱਚ ਮੋਲਡ ਹੋਇਆ ਪਿਆ ਤੇ ਤੂੰ ਇਹਦੇ 'ਚੋਂ ਕੱਢ ਕੇ ਆਪਦਾ ਸੁੱਖ ਲੈ, ਤੇ ਤੇਰੀ ਚੜ੍ਹਦੀ ਕਲਾ ਹੋਵੇ, ਤੇਰਾ ਧੰਨਵਾਦ। ਇਉਂ ਵੇਖੋ ਬਾਬਾ ਜੀ ਵੀ ਨਹੀਂ ਸਨ ਸੜੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੇ ਨਾ ਭਾਈ। ਆ ਜਿਹੜੀ ਹਵਾ ਹੈ, ਅੱਗ ਹੈ, ਪਾਣੀ ਹੈ, ਇਹ ਵਾਹਿਗੁਰੂ ਜੀ ਦਾ ਬਣਾਏ ਹੋਏ ਹਨ। ਪੰਜ ਤਤ ਕਰ ਤੁਧ ਸਭ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ।
ਇਹਨਾਂ ਦੇ ਸੁਭਾਅ ਵੀ ਪ੍ਰਮਾਤਮਾ ਨੇ ਡਿਸਾਈਡ ਕੀਤੇ ਨੇ। ਜਦ ਵਾਹਿਗੁਰੂ ਜੀ ਦੀ ਮਰਜ਼ੀ ਹੁੰਦੀ ਹੈ ਇਹ ਆਪਦੇ ਸੁਭਾਅ ਬਦਲ ਲੈਂਦੇ ਨੇ। ਉਹੀ ਅੱਗ ਹੈ ਜਿਹੜੀ ਮਾਤਾ ਦੇ ਖਾਧੇ ਹੋਏ ਰੋੜ ਵੀ ਹਜ਼ਮ ਕਰ ਦਿੰਦੀ ਹੈ। ਕਿੰਨਾ ਕੁਝ ਖਾਈ ਜਾਓ ਹਜ਼ਮ ਹੋਈ ਜਾਂਦਾ। ਉਹੀ ਅੱਗ ਹੈ ਜਿਹੜੀ ਬੱਚੇ ਨੂੰ ਸਾੜਨ ਦੀ ਬਜਾਏ ਉਹਦੇ ਸਰੀਰ ਨੂੰ ਪਕਾਉਂਦੀ ਹੈ। ਇਸ ਲਈ ਤਵਾਰੀ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਮੇਰਾ ਧਾਰ ਵੀ ਸੜਿਆ ਨਹੀਂ, ਉਹ ਬਚ ਗਿਆ। ਤੇ ਜਿਉਂ ਦੌੜਿਆ ਖਡੂਰ ਸਾਹਿਬ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਸਾਰੀ ਸਾਖੀ ਸੁਣਾਈ ਤੇ ਮਹਾਰਾਜ ਨੇ ਆਖਿਆ ਭਾਈ ਜਪਜੀ ਸਾਹਿਬ ਦੇ ਪਾਠ ਕਰਿਆ ਕਰ। ਉਹ ਮੇਰਾ ਧਾੜ ਵੀ ਸ੍ਰੀ ਜਪਜੀ ਸਾਹਿਬ ਦੇ 21 ਪਾਠ ਕਰਨ ਲੱਗ ਪਿਆ। 21 ਪਾਠ ਕਰਨ ਤੋਂ ਹੀ ਮੇਰਾ ਧਾੜ ਵੀ ਬ੍ਰਹਮ ਗਿਆਨੀ ਬਣ ਗਿਆ। ਤੋ ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਤੇ ਬਖਸ਼ਿਸ਼ ਹੋਈ। ਇੱਧਰ ਜਿਹੜਾ ਖੀਰਖਾਨਾ ਸਿੱਖ ਸੀਗਾ ਇੰਨੇ ਚਿਰ ਨੂੰ ਮਗਰ ਮੇਰੇ ਨੂੰ ਲੱਭਦੇ ਹੋਏ ਸਿਪਾਹੀ ਆ ਗਏ ਤੇ ਉਹਨਾਂ ਕਿਹੜਾ ਵੇਖਿਆ ਸੀ ਵੀ ਕਿਹੜਾ ਬੰਦਾ ਹੈ, ਮਗਰ ਹੀ ਭੱਜ ਰਹੇ ਸੀ। ਤੇ ਬਾਕੀ ਉਹ ਤਾਂ ਅੱਗ ਵਿੱਚ ਬੈਠਾ ਹੋਇਆ ਸੀ। ਜਿਹਦੇ ਕੋਲ ਚੋਰੀ ਦਾ ਮਾਲ ਮਿਲੇ ਚੋਰ ਵੀ ਉਹਨੂੰ ਹੀ ਮੰਨਿਆ ਜਾਂਦਾ। ਉਹਨਾਂ ਨੇ ਵੇਖਿਆ ਵੀ ਇਸ ਬੰਦੇ ਕੋਲ ਵੰਡ ਭਰੀ ਹੈ, ਇੰਨੀ ਚੋਰੀ ਕੀਤੀ ਹੈ। ਖੀਰਖਾਨੇ ਸਿੱਖ ਨੂੰ ਫੜ ਲਿਆ। ਫੜਿਆ ਤਾਂ ਸ਼ੱਕ 'ਚ ਸੀਗਾ, ਤਲਾਸ਼ੀ ਲਈ, ਸਾਰਾ ਧਨ ਬਰਾਮਦ ਹੋ ਗਿਆ। ਫੜ ਕੇ ਕੋਤਵਾਲ ਕੋਲ ਪੇਸ਼ ਕੀਤਾ। ਕੋਤਵਾਲ ਨੇ ਵੇਖਦਿਆਂ ਹੁਕਮ ਸੁਣਾ ਦਿੱਤਾ ਕਿ ਇਹਦਾ ਸਾਰਾ ਮਾਲ ਜ਼ਬਤ ਕਰਕੇ ਇਹਨੂੰ ਫਾਂਸੀ ਦੇ ਦਿਓ। ਮੌਤ ਤਾਂ 8 ਪਹਿਰਾਂ ਵਿੱਚ ਹੀ ਆਈ, ਪਰ ਗੁਰੂ ਤੋਂ ਬੇਮੁਖ ਹੋ ਕੇ ਨਰਕਾਂ ਨੂੰ ਚਲਾ ਗਿਆ। ਮਹਾਰਾਜ ਦਾ ਬਚਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨ ਹੋਰ ਥੇ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਕੋਤਵਾਲ ਨੇ ਚੋਰ ਸਮਝ ਕੇ ਇਹਨੂੰ ਫਾਂਸੀ ਦੇ ਦਿੱਤੀ। ਗੁਰਪ੍ਰਤਾਪ ਦੇ ਵਿੱਚ ਇੰਝ ਜ਼ਿਕਰ ਹੁੰਦਾ ਹੈ, ਕੋਟ ਵਾਰ ਕੇ ਕਰਿਓ ਆਗਾਰੀ। ਕੋਤਵਾਲ ਦੇ ਅੱਗੇ ਖੜਾ ਕਰ ਦਿੱਤਾ ਸਿਪਾਹੀਆਂ ਨੇ। ਤੈਨ ਦੇਖਤ ਹੀ ਗਿਰਾਇ ਚਾਰੀ। ਕੋਤਵਾਲ ਨੇ ਵੇਖਦਿਆਂ ਸਾਰੀ ਆਖਿਆ, ਛੀਨ ਲਿਓ ਤਿਸ ਕੋ ਸਭ ਮਾਲ। ਕਿ ਇਸ ਦਾ ਸਾਰਾ ਮਾਲ ਮਤਾ ਇਹਦੇ ਕੋਲੋਂ ਖੋਹ ਲਵੋ। ਫਾਂਸੇ ਦੇਹੋ ਜਾਏ ਤਤਕਾਲ। ਝਟਪਟ ਜਾ ਕੇ ਇਹਨੂੰ ਫਾਂਸੀ ਤੇ ਲਾ ਦੇਵੋ। ਹੁਕਮ ਮਾਨ ਫਾਂਸੀ ਤਿਸ ਦੀਨਾ। ਹੁਕਮ ਮੰਨ ਕੇ ਖੀਰਖਾਨੇ ਸਿੱਖ ਨੂੰ ਫਾਂਸੀ ਲਾ ਦਿੱਤੀ। ਮੂਰਖ ਮਰਿਓ ਧਰਮ ਤੇ ਹੀਨਾ। ਕਿਉਂਕਿ ਉਮਰ 8 ਪੈਰੀ ਸੀਗੀ ਲਿਖੀ ਹੋਈ। 8 ਪੈਰਾਂ ਦੇ ਵਿੱਚ ਮਰਿਆ ਤਾਂ ਸਹੀ, ਪਰ ਗੁਰੂ ਜੀ ਦੇ ਹੁਕਮ ਤੋਂ ਉਲਟ ਧਰਮ ਤੋਂ ਰਹਿਤ ਹੋ ਕੇ ਮਰਿਆ। ਤਜੈ ਬਾਗ ਤਰ ਲੋਭ ਬਸਾਲਾ। ਜਿਹੜਾ ਲਾਲਚ ਕਰਕੇ ਗੁਰੂ ਸਾਹਿਬ ਦੇ ਬਾਗ ਨੂੰ ਬਚਨਾਂ ਨੂੰ ਤਿਆਗ ਦਿੰਦਾ ਹੈ, ਪਾਵੈ ਨਰਕ ਤੁਰਤ ਹੋਏ ਕਾਲਾ। ਤਾਂ ਉਹ ਨਰਕਾਂ ਦੇ ਵਿੱਚ ਪੈਂਦਾ। ਝਟਪਟ ਉਹਦਾ ਕਾਲ ਆ ਜਾਂਦਾ। ਜਿਵੇਂ ਮੂਲਾ ਖੱਤਰੀ ਗੁਰੂ ਜੀ ਦੇ ਬਚਨ ਨਾ ਮੰਨ ਕੇ ਬੇਮੁਖ ਮਰਿਆ, ਫਿਰ ਜੂਨਾਂ 'ਚ ਭੜਕਦਾ ਰਿਹਾ। ਜਿਹੜਾ ਦੁਨੀ ਚੰਦ ਮਸੰਦ ਹੈ, ਅੰਮ੍ਰਿਤਸਰ ਦਾ ਰਹਿਣ ਵਾਲਾ, ਧੰਨ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਉਲਟ ਮਹਾਰਾਜ ਨੇ ਆਖਿਆ ਸੀ ਵੀ ਜੇ ਪਹਾੜੀਆਂ ਦਾ ਖੂਨੀ ਹਾਥੀ ਹੈ ਤੇ ਗੁਰਦੁਆਰੇ ਦਾ ਵੀ ਹਾਥੀ ਹੈ। ਆ ਵੇਖੋ ਕੜਾਹ ਖਵਾ ਕੇ ਅਸੀਂ ਪਾਲਿਆ ਇਹਨੂੰ। ਗੁਰੂ ਕਾ ਲੰਗਰ ਖਾ ਕੇ ਕਿੰਨਾ ਮੋਟਾ ਹੋਇਆ ਪਿਆ ਹੈ। ਇਹ ਆਪੇ ਮੁਕਾਬਲਾ ਕਰੂਗਾ। ਉਹ ਵਿਚਾਰਾ ਘਬਰਾ ਗਿਆ। ਪਹਿਲਾਂ ਸਿੱਖਾਂ ਦੇ ਤੰਬੂਆਂ ਦੇ ਵਿੱਚ ਰਾਤ ਫਿਰਦਾ ਰਿਹਾ। ਜਦ ਕਿਸੇ ਵੀ ਹਾਮੀ ਨਹੀਂ ਭਰੀ, ਸਾਰਿਆਂ ਨੇ ਆਖਿਆ ਤੂੰ ਗੁਰੂ ਦੇ ਬਚਨਾਂ ਦੇ ਭਰੋਸਾ ਕਿਉਂ ਨਹੀਂ ਕਰਦਾ। ਫਿਰ ਸੋਚਿਆ ਵੀ ਇਹ ਸਿੱਖ ਵੀ ਮਹਾਰਾਜ ਨਾਲ ਰਲ ਗਏ ਨੇ। ਗੁਰੂ ਜੀ ਦੀ ਨੌਜਵਾਨ ਵਾਲੀ ਉਮਰ ਹੈ, ਇਹ ਬੰਦਾ ਮਰ ਲੱਗਿਆ, ਸੋਚਦੇ ਨੇ ਮੈਨੂੰ ਮਰਵਾ ਦੇਣਗੇ ਤੇ ਮੈਂ ਤਾਂ ਨਹੀਂ ਮਰਦਾ ਇਸ ਤਰ੍ਹਾਂ। ਇਉਂ ਰਾਤੋਂ ਰਾਤ ਆਪਦੇ ਸਹਿਮਤੀ ਵਾਲੇ 500 ਮਾਝੇ ਦੇ ਸਿੱਖਾਂ ਨੂੰ ਨਾਲ ਲੈ ਕੇ ਰਾਤੋਂ ਰਾਤ ਹੀ ਦੌੜ ਗਿਆ। ਪਹਿਲਾਂ ਤਾਂ ਕੰਧ ਤੋਂ ਟੱਪਣ ਤੋਂ ਇਹਦੀ ਲੱਤ ਟੁੱਟ ਗਈ। ਮੰਜੇ ਤੇ ਪਾ ਕੇ ਅੰਮ੍ਰਿਤਸਰ ਲਿਆਂਦਾ ਸਾਥੀਆਂ ਨੇ।
ਫਿਰ ਸੱਪ ਲਾ ਕੇ ਮੜ ਗਿਆ। ਇਸ ਵਾਸਤੇ ਜਿਹੜਾ ਮਹਾਰਾਜ ਦਾ ਬਚਨ ਨਹੀਂ ਮੰਨਦਾ ਉਹ ਮਰਦਾ ਤਾਂ ਸਹੀ, ਪਰ ਬੇਮੁਖ ਹੋਣ ਕਰਕੇ ਨਰਕਾਂ ਦੀ ਅੱਗ ਵਿੱਚ ਪੈਂਦਾ। ਸੋ ਇਸ ਵਾਸਤੇ ਇਹ ਜਿਹੜਾ ਭਾਈ ਮੇਰਾ ਸੀ, ਮੇਰਾ ਇਤਿਹਾਸ ਦੇ ਵਿੱਚ ਇਹਦੇ ਚਿਖਾ ਤੇ ਛੱਡ ਕੇ ਬੈਕੁੰਠ ਜਾਣ ਦੀ ਗੱਲ ਆਪਾਂ ਨੇ ਪੜ੍ਹੀ ਹੈ ਗੁਰਪ੍ਰਤਾਪ ਦੇ ਅੰਦਰ। ਤੇ ਪਰ ਇੱਕ ਹਿੰਦੀ ਦੀ ਤਾਰੀਖ ਵਿੱਚ ਵੀ ਇਹਦਾ ਹਵਾਲਾ ਮਿਲਦਾ ਹੈ ਕਿ ਉਹਨੂੰ ਅੱਗ ਨੇ ਸਾੜਿਆ ਨਹੀਂ ਸੀਗਾ। ਜਦ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ, ਬੇਨਤੀ ਕਰਨ ਲਈ ਸਿੱਖਾਂ ਨੂੰ ਵੀ ਨਾਲ ਲਿਆ ਕਿ ਤੁਹਾਡੇ ਬਚਨਾਂ ਦੀ ਬਰਕਤ ਨਾਲ ਅੱਗ ਨੇ ਮੈਨੂੰ ਫੂਕਿਆ ਨਹੀਂ, ਮੈਂ ਅੱਗ ਦੀਆਂ ਮੱਚਦੀਆਂ ਲਾਟਾਂ 'ਚ ਉਸੇ ਤਰ੍ਹਾਂ ਬੈਠਾ ਰਿਹਾ। ਉਧਰ ਤੁਹਾਡੇ ਖੀਰਖਾਨੇ ਸਿੱਖ ਨੂੰ ਸਿਪਾਹੀ ਫੜ ਕੇ ਲੈ ਗਏ। ਸ਼ਰਧਾ ਤਾਂ ਪਹਿਲਾਂ ਦੀ ਮੈਨੂੰ ਆਪ ਜੀ ਉੱਪਰ ਸੀ, ਇਸੇ ਲਈ ਸੜਨ ਲਈ ਤਿਆਰ ਹੋਇਆ ਸੀ, ਪਰ ਹੁਣ ਜਦ ਅੱਗ ਨੇ ਨਹੀਂ ਸਾੜਿਆ, ਇਹ ਆਪ ਜੀ ਦੀ ਬਰਕਤ ਮੈਂ ਸਮਝੀ ਹੈ। ਹੁਣ ਮੈਨੂੰ ਆਪਣਾ ਸਿੱਖ ਬਣਾ ਕੇ ਮੇਰੇ ਪਿਛਲੇ ਜਨਮਾਂ ਦੇ ਪਾਪ ਬਖਸ਼ ਦਿਓ। ਬੇਨਤੀਆਂ ਹੀ ਕਰੀ ਗਿਆ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਸਿੱਖ ਬਣਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਲੋਕਾਂ ਦਾ ਲੁੱਟਿਆ ਧਨ ਪਦਾਰਥ ਵਾਪਸ ਕਰਕੇ ਫਿਰ ਆ, ਅੱਗੇ ਵਾਸਤੇ ਧਰਮ ਦੀ ਕਿਰਤਾ ਪ੍ਰਣ ਕਰ। ਸਭਨਾਂ ਦੀਆਂ ਮੱਝਾਂ, ਗਾਵਾਂ, ਪਸ਼ੂ, ਡੰਗਰ, ਚੀਜ਼ਾਂ, ਵਸਤੂਆਂ ਵਾਪਸ ਕਰਕੇ ਆ, ਕਿਉਂ ਮੇਰਾ ਧਾੜਵੀ ਸਭ ਕੁਝ ਵਾਪਸ ਕਰਕੇ ਸਦਾ ਲਈ ਚੋਰੀ ਛੱਡਣ ਦਾ ਪ੍ਰਣ ਕਰਕੇ ਪੂਰਨ ਗੁਰਸਿੱਖ 21 ਪਾਠ ਜਪਜੀ ਸਾਹਿਬ ਦੇ ਕਰਦਿਆਂ ਬ੍ਰਹਮ ਗਿਆਨੀ ਬਣਿਆ। ਜੀਵਨ ਮੁਕਤੀ ਪਾ ਕੇ ਜੰਮਣ ਮਰਨ ਤੋਂ ਰਹਿਤ ਹੋਇਆ, ਪਰ ਖੀਰ ਖਾਣੇ ਦਾ ਬੁਰਾ ਹਾਲ ਹੋਇਆ। ਕਿਉਂ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੀ ਹਾਲੀ। ਲੰਗਰ ਵੀ ਵਰਤਦਾ ਗੁਰਦੁਆਰੇ, ਦੌਲਤ ਵੀ ਵਰਤੀਂਦੀ ਹੈ, ਤੇ ਰਸ ਵਾਲੀ ਘਿਓ ਵਾਲੀ ਖੀਰ ਵੀ ਵਰਤੀਦੀ ਹੈ। ਪਰ ਗੁਰਸਿੱਖਾਂ ਕੇ ਮੁਖ ਉਜਲੇ, ਜਿਹੜੇ ਗੁਰਸਿੱਖ ਛਕਦੇ ਨੇ ਮੱਥਾ ਟੇਕ ਕੇ ਬਾਣੀ ਪੜ੍ਹ ਕੇ ਤੇ ਫਿਰ ਛਕ ਕੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੇ ਨੇ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਸੇਵਾ ਕਰਦੇ ਨੇ, ਸਰੀਰ ਨੂੰ ਸਬਲ ਬਣਾਉਂਦੇ ਨੇ, ਉਹਨਾਂ ਗੁਰਸਿੱਖਾਂ ਦੇ ਮੁਖ ਤਾਂ ਹੁੰਦੇ ਨੇ ਉਜਲੇ। ਪਰ ਜਿਹੜੇ ਮਨਮੁਖ ਬੰਦੇ ਕੇਵਲ ਖਾਣ ਪੀਣ ਦੇ, ਪਹਿਨਣ ਭੋਗਣ ਦੇ ਲਾਲਚ ਨੂੰ ਹੀ ਗੁਰਦੁਆਰੇ ਆਉਂਦੇ ਨੇ, ਰਹਿੰਦੇ ਨੇ ਵੀ ਚੰਗਾ ਸੋਹਣਾ ਗੁਜ਼ਾਰਾ ਚੱਲਦਾ, ਵਸਤਰ ਵੀ ਸਿੱਖਾਂ ਵਾਲੇ, ਲਿਬਾਸ ਵੀ ਸਿੱਖਾਂ ਵਾਲਾ, ਕੇਵਲ ਲਾਲਚ ਖਾਤਰ ਮਨਮੁਖ ਥੀਏ ਪਰਾਲੀ। ਉਹ ਲਿਬਾਸ ਧਾਰਨ ਦੇ ਨਾਲ ਹੀ ਗੁਰਮੁਖ ਨਹੀਂ ਹੁੰਦੇ। ਅੰਦਰੋਂ ਜਿਨ੍ਹਾਂ ਦਾ ਮਨ ਆਪ ਦਾ ਮੁਖੀ ਬਣਾਇਆ ਹੋਇਆ ਗੁਰੂ ਦੇ ਬਚਨਾਂ ਤੋਂ ਉਲਟ ਹੈ, ਉਹ ਮਨਮੁਖ ਪਰਾਲੀ ਦੀ ਤਰ੍ਹਾਂ ਖੀਰ ਖਾਣੇ ਸਿੱਖਵਾਂ ਫੋਕੇ ਹੋ ਕੇ ਗੁਣਾਂ ਤੋਂ ਖਾਲੀ ਹੋ ਜਾਂਦੇ। ਮਨਮੁਖਾਂ ਦੇ ਮੂੰਹ ਜਦ ਯਮਦੂਤ ਉਹਨਾਂ ਨੂੰ ਦਿਖਦੇ ਨੇ ਤੇ ਪਰਾਲੀ ਦੀ ਤਰ੍ਹਾਂ ਪੀਲੇ ਬਿਲਕੁਲ ਡੱਬ ਖੜਬੇ ਜੇ ਹੋ ਜਾਂਦੇ। ਫਿਰ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਵੇਖੋ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਵੱਲ, ਜਿਨ੍ਹਾਂ ਮਰਦਾਂ ਸੂਰਮਿਆਂ ਵਾਲੀ ਕਾਲ ਕਮਾਈ ਕੀਤੀ। ਗੁਰਦੁਆਰੇ ਆਉਣ ਦਾ ਫਾਇਦਾ ਲਾਭ ਉਹਦਾ ਹੀ ਹੈ ਜਿਹੜਾ ਸੇਵਾ ਕਰੇ ਹੱਡ ਭੰਨ ਕੇ, ਨਹੀਂ ਤਾਂ ਬੰਦਾ ਪੱਖਾ ਚਲਾ ਕੇ ਘਰ ਹੀ ਬੈਠਾ ਸੁੱਤਾ ਰਹੇ। ਗੁਰੂ ਘਰ ਆਉਣ ਦਾ ਲਾਭ ਤਾਂ ਇੱਥੇ ਕੁਛ ਵਿਸ਼ੇਸ਼ ਹੋਵੇ। ਧੰਨ ਗੁਰੂ ਅੰਗਦ ਦੇਵ ਜੀ ਦੀ ਕਮਾਈ ਵੇਖੋ, ਮਰਦਾਂ ਵਾਲੀ ਕਾਲ ਕਰ ਲਈ, ਇਹੋ ਜਿਹੀ ਸੇਵਾ ਕੀਤੀ, ਇੱਕ ਮਿਸਾਲ ਕਾਇਮ ਕਰ ਦਿੱਤੀ। ਜਦ ਉਹਨਾਂ ਸੇਵਾ ਦੀ ਘਾਲ ਕਮਾਈ ਕੀਤੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਬੋ ਹੋਵਣਾ। ਮੁਰਦਾ ਬਣਨਾ ਪੈਂਦਾ, ਸ਼ਹੀਦੀ ਪਾਉਣੀ ਪੈਂਦੀ ਹੈ, ਆਪਣਾ ਤਿਆਗਣੀ ਪੈਂਦੀ ਹੈ। ਸਤ ਬਚਨ ਜੀ, ਸਤ ਬਚਨ ਜੀ। ਤਦੋਂ ਮਾਲਕ ਸਤਿਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਕਬੂਲ ਪੈ ਗਏ, ਪ੍ਰਮਾਣਿਤ ਹੋ ਗਏ। ਉਹਨਾਂ ਦੇ ਘਰੋਂ ਸਤਿਕਾਰਯੋਗ ਮਾਤਾ ਜੀ ਵੀ, ਪਰਿਵਾਰ ਦਾ ਵੀ ਸਹਿਯੋਗ ਹੁੰਦਾ। ਜੇ ਬੰਦਾ ਗੁਰੂ ਘਰ ਸੇਵਾ ਕਰਦਾ ਹੈ ਤੇ ਉਹਦੇ ਪਰਿਵਾਰ ਦਾ ਵੀ ਸਹਿਯੋਗ ਹੈ। ਇਸ ਲਈ ਮਾਤਾ ਖੀਵੀ ਵੀ ਵੇਖੋ ਚੜ੍ਹਦੀ ਕਲਾ ਵਾਲੀ ਸੀਗੀ। ਉਹਨਾਂ ਦਾ ਸੁਭਾਅ ਵੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਉਸੇ ਤਰ੍ਹਾਂ ਦਾ ਬਣ ਗਿਆ। ਉਹ ਮਾਤਾ ਖੀਵੀ ਜੀ ਆਪਦੇ ਪਤੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਦਰਸ਼ਨ ਕਰਦਿਆਂ ਹੋਇਆਂ, ਉਹਨਾਂ ਦੇ ਹੁਕਮ ਮੁਤਾਬਕ ਉਹਨਾਂ ਦਾ ਜੀਵਨ ਵੇਖ ਕੇ ਜਿਨ ਕੋਏ ਉਠਾ ਲਈ ਸਾਰੀ ਧਰਤੀ ਸਾਧ ਸੰਗਤ ਜੀਓ, ਉਹਨਾਂ ਨੇ ਜਿੰਨੇ ਗੁਰਸਿੱਖ ਸੰਗਤਾਂ ਸਨ ਸਾਰਿਆਂ ਦੀ ਜ਼ਿੰਮੇਵਾਰੀ ਚੁੱਕੀ। ਲੰਗਰ ਦੀ ਜਥੇਦਾਰੀ ਆਪ ਕਰਿਆ ਕਰਦੇ। ਇਸ ਵਾਸਤੇ ਜੇ ਮਾਲਕ ਖੁਦ ਆਪ ਹੋਵੇ ਤੇ ਫਿਰ ਜਿਹੜੇ ਦੂਸਰੇ ਨੇ
ਉਹ ਭੈ ਖਾਂਦੇ ਹਨ। ਤੋ ਇਸ ਲਈ ਉਹ ਮਾਲਕ ਖੁਦ ਮਾਤਾ ਜੀ ਆਪ ਬਣਦੇ, ਸਾਰੀ ਸੇਵਾ ਅੱਗੇ ਹੋ ਕੇ ਨਿਭਾਉਂਦੇ, ਬਿਨਾਂ ਕਿਸੇ ਵਿਤਕਰੇ ਤੋਂ ਸਾਰਾ ਕੁਛ ਆਪ ਆਪਦੇ ਹੱਥੀਂ ਵਰਤਾਉਂਦੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਇਹੋ ਜਿਹੀ ਕਿਰਪਾ, ਜਿਨ੍ਹਾਂ ਦੇ ਪਤੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਗੁਰੂ ਅੰਗਦ ਦੇਵ ਜੀ ਨੇ ਧਰਤੀ ਉਠਾਈ, ਉਧਾਰੀ ਸੁਧਾਰੀ ਹੈ। ਜਿਸ ਗੁਰਾਂ ਨੇ ਸਾਰੀ ਪ੍ਰਿਥਵੀ ਦੇ ਉਧਾਰ ਦੀ ਬਾਜੀ ਨੂੰ ਖਿੱਦੋਂ ਵਾਂਗ ਆਪਣੇ ਆਸਰੇ ਚੁੱਕਿਆ, ਮਾਤਾ ਖੀਵੀ ਜੀ ਦੇ ਪਤੀ ਉਹੀ ਰੂਪ ਨੇ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਉਠਾਲੀ, ਭਾਵ ਆਪਣੀ ਚੇਤਨ ਸੱਤਾ ਦੇ ਕੇ ਰਚੀ ਹੈ। ਇਸ ਤੋਂ ਅੱਗੇ ਪਿਆਰ ਨਾਲ ਸੁਣੋ ਜੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭਈ ਕਬੂਲਖ ਸਮ ਨਾਲ ਜਾਂ ਕਾਲ ਮਰਦੀ ਕਾਲੇ, ਮਾਤਾ ਖੀਵੇ ਸਹੁ ਸੋਏ ਜਨ ਗੋਏ ਉਠਾਲੀ। ਸੋ ਇਉਂ ਮਾਤਾ ਜੀ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਹੋਏ। ਕਿਸੇ ਬੀਬੀ ਦਾ ਨਾਮ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਨਹੀਂ ਆਇਆ। ਇਹ ਆਇਆ ਹੀ ਤਾਂ ਹੈ ਵੀ ਉਹਨਾਂ ਲੰਗਰ ਦੀ ਸੇਵਾ ਪੂਰੀ ਤਨਦੇਹੀ ਦੇ ਨਾਲ ਨਿਭਾਈ ਤੇ ਪੂਰੇ ਫਰਾਖ ਦਿਲ ਦੇ ਨਾਲ ਖੁੱਲ੍ਹਾ ਮਹਾਰਾਜ ਦੇ ਘਰ ਆਇਆ ਤੇ ਖੁੱਲ੍ਹੇ ਹੱਥੀਂ ਵਰਤਾਇਆ। ਗੁਰੂ ਅੰਗਦ ਦੇਵ ਜੀ ਨੇ ਵੀ ਮਰਦਾਂ ਵਾਲੀ ਘਾਲ ਕਰਕੇ ਗੁਰਤਾ ਗੱਦੀ ਦੀ ਬਖਸ਼ਿਸ਼ ਲਈ। ਫਿਰ ਮਾਤਾ ਖੀਵੀ ਜੀ ਨੇ ਵੀ ਬਹੁਤ ਘਾਲ ਕਮਾਈ ਕੀਤੀ। 2 ਬੱਚਿਆਂ ਦੀਆਂ ਰੋਟੀਆਂ ਪਕਾਉਂਦੀਆਂ ਮਾਈਆਂ ਤੇ ਵੇਖੋ ਖਫੇ ਹੋ ਜਾਂਦੀਆਂ, ਕਈ ਵਾਰ ਪਰੇਸ਼ਾਨੀ ਆ ਜਾਂਦੀ ਹੈ। ਤੇ ਵੇਖੋ ਮਾਤਾ ਜੀ ਕਿੰਨੇ ਸਤਿਕਾਰਯੋਗ, ਕਿੰਨੀਆਂ ਸੰਗਤਾਂ ਆਉਂਦੀਆਂ ਹੋਣਗੀਆਂ ਕਾਬਲ ਤੋਂ, ਕੰਧਾੜ ਤੋਂ, ਕਿੰਨੀ ਦੂਰ ਤੋਂ, ਨਾ ਦਿਨੇ ਨਾ ਰਾਤ। ਤੇ ਵੇਖੋ ਗੁਰੂ ਜੀ ਦੀ ਸੇਵਾ ਦੇ ਵਿੱਚ ਦਿਨ ਰਾਤ ਦਾ ਸੁੱਖ ਵੀ ਛੱਡਣਾ ਪੈਂਦਾ, ਤਤਪਰ ਰਹਿਣਾ ਪੈਂਦਾ। ਪੂਰੀ ਜ਼ਿੰਮੇਵਾਰੀ ਨਾਲ ਮਾਤਾ ਜੀ ਨੇ ਸੇਵਾ ਨਿਭਾਈ, ਤਾਂ ਮਾਤਾ ਖੀਵੀ ਜੀ ਦਾ ਨਾਮ ਆਇਆ ਹੈ। ਹੋਰਿਓ ਗੰਗ ਵਹਾਈਆ, ਜਿਹੜੇ ਦੁਨੀਆ ਦੇ ਲੋਕ ਹਨ, ਦੁਨਿਆਈ ਆਖੈ ਕਿ ਕਿਉ ਨਾ। ਦੁਨੀਆ ਦੇ ਲੋਕ ਆਂਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕਿਉਂ ਕੀਤਾ, ਜੋ ਪੁੱਤਰਾਂ ਨੂੰ ਛੱਡ ਕੇ ਸੇਵ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਦਿੱਤੀ। ਇਹ ਹੋਰੀ ਪਾਸੇ ਤੂੰ ਉਲਟੀ ਹੋਈ ਗੰਗਾ ਵਗਾ ਦਿੱਤੀ। ਭਾਵ ਸਾਰੇ ਲੋਕ ਪੁੱਤ ਭਾਵੇਂ ਸਿਰ 'ਚ ਮੋਰੀਆਂ ਕਰਨ, ਬੁੱਢੇ ਨੂੰ 1000 ਗਾਲ ਕੱਢਣ, ਮਾਫ ਕਰਨਾ, ਕੁਛ ਵੀ ਇੱਜ਼ਤ ਨਾ ਕਰਨ, ਪਰ ਫਿਰ ਵੀ ਲੋਕ ਮੋਹ ਦੇ ਮਾਰੇ ਆਪਦੇ ਪੁੱਤਾਂ ਦਾ ਹੀ ਢਿੱਡ ਭਰਦੇ ਨੇ, ਪੁੱਤਾਂ ਨੂੰ ਹੀ ਦਿੰਦੇ ਨੇ। ਉਹ ਜਣੇ ਫਿਰ ਕੀ ਆ, ਜੇ ਧੱਕਾ ਮਾਰ ਕੇ ਸੁੱਟਤਾ, ਕੋਈ ਸੱਟ ਫੇਟ ਲੱਗ ਗਈ, ਮੇਰੇ ਹੀ ਪੁੱਤ ਨੇ। ਜੇ ਪੁੱਤ ਨਾ ਹੁੰਦੇ ਤਾਂ ਕੌਣ ਧੱਕਾ ਮਾਰਦਾ। ਇਸ ਤਰ੍ਹਾਂ ਮੋਹ ਦੇ ਵਿੱਚ ਬੋਲਦੇ ਨੇ, ਸਭ ਕੁਝ ਪੁੱਤਾਂ ਨੂੰ ਦਿੰਦੇ ਹਨ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਵੇਖੋ ਪੁੱਤਾਂ ਨੂੰ ਛੱਡ ਦਿੱਤਾ। ਸਭ ਤੋਂ ਉੱਤਮ ਗੁਰਤਾ ਗੱਦੀ ਦੀ ਬਖਸ਼ਿਸ਼। ਤੇ ਭਾਈ ਲਹਿਣਾ ਜੀ ਅੱਗੇ ਮੱਥਾ ਟੇਕ ਕੇ ਪੁੱਟੇ ਪਾਸੇ ਗੰਗਾ ਵਹਾ ਦਿੱਤੀ। ਚੰਡੀਗੜ੍ਹ ਦੇ ਜਿੰਨੇ ਵੀ ਡੇਰੇ ਦੇਖ ਲਓ, ਜਿੰਨੇ ਬਾਬਾ ਜੀ ਦੇਖ ਲਓ, ਸਭਨਾਂ ਨੇ ਆਪਦੇ ਪੁੱਤਾਂ ਨੂੰ ਹੀ ਅੱਗੇ ਕੀਤਾ ਹੋਇਆ ਹੈ। ਗੁਰੂ ਘਰ ਦੀ ਇਹ ਮਰਜ਼ਾਦਾ ਨਹੀਂ ਹੈ। ਜਿਹੜਾ ਯੋਗ ਸੇਵਾਦਾਰ ਹੋਵੇ ਉਹਨੂੰ ਅੱਗੇ ਜ਼ਿੰਮੇਵਾਰੀ ਸੌਂਪੀ ਦੀ ਹੈ। ਤੋ ਪਰ ਦੁਨੀਆ ਦਾ ਸੁਭਾਅ ਐਸਾ ਹੈ, ਤੋ ਇਸ ਲਈ ਭਾਵੇਂ ਕੋਈ ਯੋਗ ਹੋਵੇ ਜਾਂ ਨਾ ਹੋਵੇ, ਮੈਨੂੰ ਮਾਫ ਕਰਨਾ, ਜੋ ਰਾਧਾ ਸਵਾਮੀ ਦੀ ਗੱਦੀ ਹੈ ਉਹ ਵੀ ਇਸ ਤਰੀਕੇ ਦੇ ਨਾਲ ਹੀ ਅਮਰੀਕਾ ਦੇ ਵਿੱਚ ਗੁਰਮੁਖ ਪਿਆਰੇ ਪੜ੍ਹਨ ਗਏ ਸੀਗੇ। ਕਹਿੰਦੇ ਦਾੜੀ ਕੇਸ ਵੀ ਕੱਟੇ ਹੁੰਦੇ ਸੀ, ਕੇਸਾਂ ਬਾਬਤ ਤਾਂ ਨਹੀਂ, ਦਾੜੀ ਕੱਟੀ ਹੁੰਦੀ ਸੀ। ਜਦ ਗੱਦੀ ਮਿਲੀ ਤਾਂ ਥੋੜ੍ਹੇ ਕੁ ਦਿਨ ਭੋਰੇ 'ਚ ਰੱਖਿਆ, ਜਦ ਸਿੱਖੀ ਸਰੂਪ ਆ ਗਿਆ ਫਿਰ ਪ੍ਰਗਟ ਹੋਏ। ਤੇ ਆ ਜਿਹੜਾ ਗੁਰਬਚਨਾ ਬਾਪੀ ਜਿਹਨੇ ਮਹਾਂਪੁਰਖਾਂ ਦੇ ਨਾਲ ਮੱਥਾ ਲਾਇਆ, ਗੁਰੂ ਗੋਬਿੰਦ ਸਿੰਘ ਬਣਿਆ ਸੀ ਅੰਮ੍ਰਿਤਸਰ, ਉਹਦੀ ਦਿੱਲੀ ਗੱਦੀ ਚੱਲਦੀ ਆ। ਉਹਦੇ ਪੁੱਤ ਨੂੰ ਮਿਲੀ, ਪੁੱਤ ਚੜ੍ਹਾਈ ਕਰ ਗਿਆ ਤੇ ਫਿਰ ਸ਼ਾਇਦ ਉਹਦੀ ਘਰ ਵਾਲੀ ਕੋਲ ਹੈ ਜਾਂ ਮਾਂ ਕੋਲ ਹੈ, ਬੀਬੀ ਕੋਲ ਹੈ। ਤੇ ਹੋਰ ਜਿੰਨੇ ਵੀ, ਮੈਂ ਨਾਂ ਨਹੀਂ ਲੈਣੇ, ਕਿਤੇ ਵੀ ਦੇਖ ਲਓ, ਤੇ ਹੈ ਗੁਰੂ ਘਰ ਹੈ। ਮਾਇਆ ਸੰਗਤ ਦੀ ਬਖਸ਼ ਸਾਰੀ ਗੁਰੂ ਜੀ ਸਾਹਿਬ ਦੀ ਹੈ, ਸੰਗਤ ਦੀ ਹੈ। ਪਰ ਆਪਦੀ ਜੱਦੀ ਜਾਇਦਾਦ ਸਮਝ ਕੇ ਸਭਨਾਂ ਸੰਤਾਂ ਸਾਧੂਆਂ ਨੇ ਆਪਦੇ ਪੁੱਤਾਂ ਨੂੰ ਅੱਗੇ ਕੀਤਾ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਕਮਾਈ ਦੇਖੋ, ਕਿੰਨਾ ਚੜਾਵਾ ਹੁੰਦਾ ਹੋਊਗਾ, ਕਿੰਨੀ ਪੂਜਾ ਹੈ, ਕਿੰਨਾ ਸਤਿਕਾਰ ਹੈ। ਮਾਤਾ ਜੀ ਰੋਈ ਪਏ ਉੱਥੇ, ਵਰਾ ਕੀਤਾ ਵੀ ਗੁਰੂ ਸਾਹਿਬ ਤੁਹਾਡੇ ਬੱਚੇ ਕੀ ਕਰਨਗੇ।
ਇਹ ਜਿਹੜੇ ਆਪਦੇ ਸਾਹਿਬਜ਼ਾਦੇ ਨੇ, ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ? ਤਾਂ ਗੁਰੂ ਸਾਹਿਬ ਕਹਿਣ ਲੱਗੇ, ਹੇ ਸੁਲੱਖਣੀ ਜੀ, ਗੁਰਦੁਆਰੇ ਦੇ ਵਿੱਚ ਤਾਂ ਕੋਈ ਪਸ਼ੂ ਪੰਛੀ ਜੀਵ ਜੰਤ ਵੀ ਆ ਜਾਏ, ਉਹ ਵੀ ਭੁੱਖਾ ਨਹੀਂ ਸੌਂਦਾ, ਸਾਰੇ ਪ੍ਰਫੁੱਲਤ ਰਹਿੰਦੇ ਨੇ। ਆ ਸਾਡੇ ਘੋੜੇ ਵੇਖ ਲਓ, ਮੱਝਾਂ ਗਾਵਾਂ ਵੇਖ ਲਓ, ਤੇ ਹੋਰ ਨਾ ਲੋਕਾਂ ਦੇ ਘਰਾਂ 'ਚ ਜਾ ਕੇ ਦੇਖ ਲਓ। ਕੁਦਰਤੀ ਬਾਣੀ ਦਾ ਪ੍ਰਤਾਪ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਤੇ ਤੂੰ ਸਾਹਿਬਜ਼ਾਦਿਆਂ ਦਾ ਫਿਕਰ ਕਰਦੀ ਹੈ। ਇਹ ਤਾਂ ਵਾਹਿਗੁਰੂ ਅਕਾਲ ਪੁਰਖ ਵੱਲੋਂ ਆਏ ਨੇ, ਸੰਗਤ ਇਹਨਾਂ ਦੀ ਵੀ ਪੂਜਾ ਕਰੂਗੀ, ਇਹਨਾਂ ਨੂੰ ਵੱਖਰਾ ਦਊਗੀ ਸਾਡੇ ਮਨ ਕਰਕੇ। ਤੋ ਸਪੈਸ਼ਲ ਦਿੱਲੀ ਤੋਂ ਸੰਗ ਆਉਂਦਾ ਹੈ, ਦਿੱਲੀ ਤੋਂ ਲੈ ਕੇ ਤੁਸੀਂ ਹਿਸਾਬ ਲਾ ਲਓ ਡੇਰਾ ਬਾਬਾ ਨਾਨਕ ਤੱਕ ਡਬਲ ਬੈੱਡ ਦੀਆਂ ਚਾਦਰਾਂ ਭਰ ਜਾਂਦੀਆਂ ਵੱਡੀਆਂ ਵੱਡੀਆਂ ਪੰਡਾਂ ਨੋਟਾਂ ਦੇ ਨਾਲ। ਤੇ ਉਹ ਸਾਰਾ ਡੇਰਾ ਬਾਬਾ ਨਾਨਕ ਜੋ ਬੇਦੀ ਹਨ ਗੁਰੂ ਸਾਹਿਬ ਦੀ ਕੁਲ ਦੇ, ਉਹਨਾਂ ਗੁਰਮੁਖਾਂ ਦੀ ਪੂਜਾ ਕੀਤੀ ਜਾਂਦੀ ਹੈ। ਅਸੀਂ ਵੀ ਜਦੋਂ ਜਾਈਏ ਤੇ ਗੁਰਦੁਆਰੇ ਵੱਖਰਾ ਮੱਥਾ ਟੇਕੀਦਾ, ਉਹਨਾਂ ਦੇ ਗੋਡੇ ਹੱਥ ਵੱਖਰਾ ਲਾਈਦਾ। ਮਹਾਰਾਜ ਦੇ ਸਾਹਿਬਜ਼ਾਦੇ ਨੇ, ਉਹਨਾਂ ਦੀ ਕੁਲ ਹੈ। ਪਿਓ ਪੁੱਤ ਦਾ ਮਾਮਲਾ ਸੀਗਾ, ਨਹੀਂ ਵਚਨ ਮੰਨਿਆ ਉਹ ਜਣੇ, ਪੁੱਤਰ ਨੇ ਨਹੀਂ ਮੰਨਿਆ, ਪਿਓ ਦਾ ਵਚਨ ਨਹੀਂ ਮੰਨਿਆ। ਅਸੀਂ ਕੌਣ ਹੁੰਦੇ ਆ ਤਰਕ ਕਰਨ ਵਾਲੇ? ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਸਾਡੇ ਲਈ ਪੂਜਨੀਕ ਸਤਿਕਾਰਯੋਗ ਨੇ, ਇਸ ਲਈ ਨਿੰਦਿਆ ਨਹੀਂ ਕਰਨੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਵੇਖੋ ਸੁਭਾਅ ਉਹਨਾਂ ਦੀ ਕਰਨੀ। ਮਾਤਾ ਸੁਲੱਖਣੀ ਦਾ ਬਚਨ ਵੀ ਪਾਸੇ ਕਰ ਦਿੱਤਾ, ਮੋਹ ਨਹੀਂ ਕੀਤਾ। ਸਾਹਿਬਜ਼ਾਦਿਆਂ ਨੂੰ ਪਾਸੇ ਕਰਕੇ ਦੁਨੀਆ ਦੀ ਵੀ ਕੀ ਕੀਤਾ, ਉਲਟੀ ਗੰਗਾ ਵਹਾ ਦਿੱਤੀ। ਭਾਵ ਗੁਰੂ ਨਾਨਕ ਸਾਹਿਬ ਨੇ ਆਪਦੇ ਪੁੱਤਾਂ ਨੂੰ ਪਾਸੇ ਕਰਕੇ ਪਾਵਨ ਸ੍ਰੀ ਲਹਿਣਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਪੁੱਠੇ ਪਾਸੇ ਗੰਗਾ ਵਹਾਈ। ਇਸੇ ਪ੍ਰਕਾਰ ਹੋ ਰਿਓ ਗੰਗ ਵਹਾਈਆ, ਹੋਰੀ ਗੰਗਾ ਸੰਸਾਰ ਤੋਂ ਉਲਟੀ ਮਹਾਰਾਜ ਨੇ ਵਹਾਈ। ਦੁਨਿਆਈ ਆਖੈ ਕਿ ਕਿਉ ਨਾ, ਦੁਨੀਆ ਆਂਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਅਚਰਜ ਕੌਤਕ ਕੀਤਾ। ਸਿੱਖਾਂ ਦੀ ਗ੍ਰਸਤ ਵਿੱਚ ਰਹਿੰਦੀਆਂ ਬਿਰਤੀ ਰੂਪ ਗੰਗਾ ਹੋਰ ਭਾਵ ਸੰਸਾਰ ਤੋਂ ਉਲਟਾ ਕੇ ਵਾਹਿਗੁਰੂ ਵੱਲ ਵਗਾ ਦਿੱਤੀ, ਜੋੜ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿੰਨੇ ਸਾਧੂ ਸੰਤ ਹੋਏ ਨੇ, ਸਭਨਾਂ ਨੇ ਪਹਿਲਾਂ ਪਰਿਵਾਰ ਛਡਾਇਆ, ਬੱਚੇ ਛਡਾਏ, ਫਿਰ ਆਖਿਆ ਫਿਰ ਮਾਲਾ ਫੇਰੋ, ਫਿਰ ਤੁਸੀਂ ਸਾਧੂ ਸੰਤ ਬਣੋ। ਜੋਗੀ ਕੀ, ਸੰਨਿਆਸੀ ਕੀ, ਕੋਈ ਵੀ। ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਨੇ ਜਿਨ੍ਹਾਂ ਨੇ ਬਾਲ ਬੱਚੇ ਪਰਿਵਾਰ ਵਿੱਚ ਰਹਿ ਕੇ ਸਿੱਖੀ ਕਮਾਉਣ ਦੀ ਜਾਚ ਦੱਸੀ ਹੈ, ਔਰ ਮੁਕਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਨਾਮ ਜਪ ਕੇ ਸੇਵਾ ਸਿਮਰਨ ਕਰਕੇ ਇਉਂ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਇੰਜ ਮਹਾਰਾਜ ਨੇ ਗ੍ਰਸਤੀ ਸਿੱਖਾਂ ਨੂੰ ਚਰਨੀ ਲਾਇਆ, ਆਪ ਗ੍ਰਸਤ ਪਰਿਵਾਰ ਵਿੱਚ ਰਹੇ ਤੇ ਮੋਹ ਤੋਂ ਨਿਰਲੇਪ ਰਹੇ। ਇਹ ਉਲਟੀ ਗੰਗਾ ਵਹਾਈ, ਸਾਧੂ ਵੀ ਬਣੇ ਰਹੇ, ਜ਼ਿੰਮੇਵਾਰੀ ਵੀ ਨਿਭਾਈ ਗੁਰੂ ਸਾਹਿਬ ਵਾਲੀ, ਤੇ ਪਰ ਬਾਲ ਬੱਚੇ ਦਾ ਮੋਹ ਵੀ ਨਹੀਂ ਕੀਤਾ। ਨਾਨਕ ਈਸਰ ਜਗਨਾਥ, ਈਸ਼ਰ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦੇ ਸੁਆਮੀ ਹਨ। ਉਚ ਹੱਦੀ ਵੈਣ ਵਿਰਕਿਓ ਨਾ, ਮੈਨੂੰ ਸੋਧੀ ਜੀ ਨੇ ਸੰਧਿਆ ਕਰਾਈ ਹੈ ਤੇ ਇੰਜ ਕਰਾਈ ਹੈ। ਜੇ ਤਾਂ ਆਪਾਂ ਵਿਰ ਕਿਉਣ ਬੋਲਦੇ ਹਾਂ, ਫਿਰ ਆਰੇ ਨੂੰ ਸਿਹਾਰੀ ਨਹੀਂ ਬੋਲੇਂਦੀ। ਤਿੰਨੇ ਸਿਹਾਰੀਆਂ ਬੋਲਣ ਵਾਸਤੇ ਵਿਰਕ ਕੇ ਆਉਣ, ਖਿੱਚ ਕੇ ਤੇ ਸਖਤੀ ਦੇ ਨਾਲ ਫਿਰ ਸਿਹਾਰੀ ਬੋਲੀ ਜਾਊਗੀ। ਤੇ ਢਿੱਲੀ ਰਸਨਾ ਦੇ ਨਾਲ ਉਹ ਇੱਕ ਸਿਹਾਰੀ ਫਿਰ ਮਿਸ ਹੋ ਜਾਂਦੀ ਹੈ। ਵਿਰਕ ਕੇ ਆਉਣ ਕਹਿਣ ਦੇ ਨਾਲ ਰਾਰੇ ਨੂੰ ਵੀ ਸਿਹਾਰੀ ਹੈ। ਵਿਰਕ ਕੇ ਆਉਣ ਈਸ਼ਰ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਾਥ ਜਗਤ ਦੇ ਸੁਆਮੀ ਨੇ, ਜੋ ਦੁਨੀਆ ਦੇ ਕਰਮ ਕਾਂਡਾਂ ਦੀਆਂ ਹੱਦਾਂ ਬੰਨਿਆਂ ਨੂੰ, ਦੁਨੀਆ ਦੀਆਂ ਉਪਾਸ਼ਨਾ ਰੂਪ ਹੱਦਾਂ ਬੰਨਿਆਂ ਨੂੰ, ਜਾਂ ਦੁਨੀਆ ਦੇ ਗਿਆਨ ਦੀਆਂ ਹੱਦਾਂ ਬੰਨਿਆਂ ਤੋਂ ਉੱਚੇ ਵੈਣ ਬਚਨ ਵਿਰਕਿਓਣ ਵਰਣਨ ਕਰਦੇ ਨੇ, ਜਾਂ ਦੁਨੀਆ ਦੀਆਂ ਹੱਦਬੰਦੀਆਂ ਤੋਂ ਉੱਚੇ ਤੁਰਿਆ ਪਦ ਦੀ ਪ੍ਰਾਪਤੀ ਵਾਲੇ ਬਚਨ ਵਰਣਨ ਕਰਦੇ ਹਨ। ਮਾਂ ਦਹਾਣਾ ਪਰਬਤ ਕਰ, ਇਹ ਸ੍ਰੀ ਗੁਰੂ ਨਾਨਕ ਦੇਵ ਤਾਂ ਉਹੀ ਸਰੂਪ ਨੇ ਜਿਸ ਨੇ ਸੁਮੇਰ ਪਰਬਤ ਦਾ ਮਧਾਣਾ ਬਣਾ ਕੇ ਨੇਤਰ ਬਾਸ ਕਾ ਸ਼ਬਦ ਰਿੜਕਿਓ ਨਾ, ਬਾਸ਼ਕ ਨਾਗ ਦਾ ਨੇਤਰਾ, ਨੇਤਰਾ ਕਹਿੰਦੇ ਨੇ ਰੱਸੇ ਨੂੰ, ਜਿਹੜਾ ਰੱਸਾ
ਉਹਨੂੰ ਮਧਾਣੀ ਨੂੰ ਪਾ ਕੇ ਖਿੱਚੀਦਾ ਸੀਗਾ, ਘੁਮਾਈਦਾ ਸੀਗਾ। ਉਹ ਨੇਤਰਾ ਪਾ ਕੇ ਸਮੁੰਦਰ ਨੂੰ ਰਿੜਕਣਾ ਕੀਤਾ ਸੀ। 14 ਰਤਨ ਨਿਕਾਲਿਆਨ, ਅਤੇ ਉਸ ਸਮੁੰਦਰ ਨੂੰ ਰਿੜਕ ਕੇ 14 ਰਤਨਾਂ ਨੂੰ ਕੱਢਿਆ ਸੀ। ਘਰ ਆਵਾ ਗੌਣ ਚਿਲਕਿਓ ਨਾ, ਫਿਰ ਉਹ ਰਤਨ ਸੰਸਾਰ ਵਿੱਚ ਪ੍ਰਕਾਸ਼ਨਾ ਕੀਤੇ ਸਨ। ਇਸੇ ਪ੍ਰਕਾਰ ਮਾਧਾਣਾ ਪਰਬਤਕਾਰ, ਸਤਿਗੁਰਾਂ ਨੇ ਨਿਸ਼ਚੇ ਰੂਪ ਸਮੇਰ ਪਰਬਤ ਦਾ ਮਧਾਣਾ ਬਣਾ ਕੇ, ਜਿਸ ਤਰ੍ਹਾਂ ਸਮੇਰ ਪਰਬਤ ਅਚਲ ਹੈ, ਇਉਂ ਜਿਹੜਾ ਗੁਰੂ ਘਰ ਤੇ ਨਿਸ਼ਚਾ ਹੋਣਾ, ਇਹ ਸਮੇਰ ਪਰਬਤ ਦਾ ਮਧਾਣਾ ਬਣਾ ਕੇ ਨੇਤਰ ਬਾਸ ਕਾ ਸ਼ਬਦ ਰਿੜਕਿਓ ਨਾ, ਪ੍ਰੇਮ ਰੂਪੀ ਬਾਸ਼ਕ ਨਾਗ ਨੂੰ ਨੇਤਰਾ ਪਾ ਕੇ ਸ਼ਬਦ ਵੇਦ ਰੂਪ ਸਮੁੰਦਰ ਨੂੰ ਰਿੜਕਿਆ ਹੈ। 14 ਰਤਨ ਨਿਕਾਲਿਆਨ, ਜਿਸ ਵਿੱਚੋਂ 14 ਅੰਤਰੀਵ ਰਤਨਾਂ ਨੂੰ ਕੱਢ ਕੇ ਘਰ ਆਵਾ ਗੌਣ ਚਿਲਕਿਓ ਨਾ, ਸੰਸਾਰ ਨੂੰ ਆਉਣ ਜਾਣ ਵਾਲਾ ਭਾਵ ਮਿਥਿਆ ਰੂਪ ਦਿਖਾ ਦਿੱਤਾ ਹੈ। ਜਾਂ ਆਉਣ ਜਾਣ ਵਾਲੇ ਸੰਸਾਰ ਵਿੱਚ ਗੁਰਾਂ ਨੇ ਆਪਣੇ ਸਰੂਪ ਦੇ ਗਿਆਨ ਦਾ ਚਮਤਕਾਰ ਕੀਤਾ ਹੈ, ਜਾਂ ਚੇਤਨ ਸਰੂਪ ਦਾ ਪ੍ਰਕਾਸ਼ ਕਰ ਦਿੱਤਾ ਹੈ। ਪ੍ਰਤੱਖ 14 ਰਤਨ ਇਹ ਨਿਕਲੇ ਸਨ। ਸ੍ਰੀ ਮਰੰਭਾ ਵਾਰਨੀ ਤਨੁਕ ਤਨੰਤਰ ਬਾਜ, ਬਿਖ ਤੀਰਨ ਸਸ ਕਲਪਤਰ ਸੰਖ ਅਮੀ ਗਜਰਾਜ। ਸ਼੍ਰੀ ਕਹਿੰਦੇ ਲక్ష్ਮੀ ਨਿਕਲੀ ਜੋ ਵਿਸ਼ਨੂੰ ਨੂੰ ਦਿੱਤੀ, ਕੌਸਤਕ ਮਣੀ ਇਹ ਨਿਕਲੀ, ਫਿਰ ਰੰਭਾ ਅਪਸ਼ਰਾ ਨਿਕਲੀ ਜੋ ਇੰਦਰ ਨੂੰ ਦਿੱਤੀ, ਤੇ ਵਾਰਨੀ ਸ਼ਰਾਬ ਨਿਕਲੀ। ਕਈ 5 ਰਤਨੀ ਤਾਈਓ ਕਹਿੰਦੇ ਨੇ। ਧਨੁਖ ਤੇ ਧਨੰਤਰ ਵੈਦ ਤੇ ਉੱਚ ਸਰਵਾ ਘੋੜਾ। ਧਨੰਤਰ ਵੈਦ ਦੁਨੀਆ ਨੂੰ ਦਿੱਤਾ, ਤੇ ਜਿਹੜਾ ਬਾਜ ਉੱਚ ਸਰਵਾ ਘੋੜਾ ਸੂਰਜ ਨੂੰ ਮਿਲਿਆ। ਵੇਖ ਜ਼ਹਿਰ ਸ਼ਿਵ ਜੀ ਨੂੰ ਦਿੱਤੀ। ਧੇਨ ਜਿਹੜੀ ਕਾਮਧੇਨ ਗਾਂ ਸਵਰਗਾਂ ਨੂੰ ਭੇਜੀ। ਸੱਸ ਚੰਦਰਮਾ ਇਹ ਵੀ ਨਿਕਲਿਆ। ਕਲਪਤਰ ਕਲਪ ਬ੍ਰਿਕਸ਼ ਵੀ ਨਿਕਲਿਆ ਜੋ ਸਵਰਗਾਂ 'ਚ ਮੰਨਿਆ ਜਾਂਦਾ। ਸ਼ੰਖ ਜੋ ਵਿਸ਼ਨੂੰ ਨੂੰ ਦਿੱਤਾ। ਅਮੀ ਅੰਮ੍ਰਿਤ ਜੋ ਦੇਵਤਿਆਂ ਨੂੰ ਪਿਆਇਆ। ਤੇ ਗਜਰਾਜ ਗਜਿੰਦਰ ਹਾਥੀ ਨਿਕਲਿਆ। ਰੱਬ ਦਾ ਹਾਥੀ ਜਿਹੜਾ ਇੰਦਰ ਦੀ ਅਸਵਾਰੀ ਮੰਨਿਆ। ਜਿਹੜੇ ਅੰਤਰੀਵ 14 ਰਤਨ ਨੇ ਉਹ ਲక్ష్ਮੀ ਰੂਪ ਭਗਤੀ ਹੈ, ਆਤਮਾ ਵਿਚਾਰ ਮਣੀ ਹੈ, ਰੰਭਾ ਪਰਮੇਸ਼ਰ ਕੀ ਕੀਰਤੀ ਵਿਚਾਰ ਹੈ। ਤੇ ਜੋ ਮਹਾਰਾਜ ਦੀ ਕੀਰਤੀ ਕਰਨੀ ਹੈ ਰੰਭਾ ਪਸ਼ਰ ਹੈ। ਪ੍ਰੇਮ ਰੂਪ ਮਦਰ ਹੈ, ਪ੍ਰੇਮ ਦੀ ਸ਼ਰਾਬ ਹੈ। ਨਾਮ ਜਪ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਹੈ ਜਿਹਨੂੰ ਜਪਣਾ। ਰਾਗ ਕਾ ਅਲਾਪਣਾ ਸੰਖ ਕਾ ਆਕਾਰ ਹੈ। ਜਿਹੜਾ ਕੀਰਤਨ ਰਾਗਾਂ ਦੇ ਵਿੱਚ ਕਰਨਾ ਇਹ ਸਮਝ ਲਓ ਸੰਖ ਪੂਰਨ। ਵੈਰਾਗ ਰੂਪ ਹਸਤੀ ਵੈਰਾਗ ਦਾ ਹਾਥੀ ਹੈ। ਸੰਗਤ ਕਲਪ ਬ੍ਰਿਕਸ਼ ਸਾਧ ਸੰਗਤ ਹੀ ਸਾਡੇ ਵਾਸਤੇ ਕਲਪ ਬ੍ਰਿਕਸ਼। ਸ਼ਾਂਤੀ ਕਾਮਧੇਨ ਸਤਿਗੁਰ ਵੈਦਿਆ ਰਾਜ ਹੈ। ਸ਼ਾਂਤੀ ਰੂਪ ਕਾਮਧੇਨ ਗਾਂ ਹੈ। ਤੇ ਸਤਿਗੁਰੂ ਜੀ ਵੈਦ ਰਾਜ ਨੇ ਜੋ ਸੰਸਾਰ ਦੇ ਵਿੱਚ ਅਵਤਰੇ ਨੇ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਅੱਕ ਦੀਆਂ ਖਖੜੀਆਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਖਾ ਲੈ, ਉਹ ਤਾਂ ਅੰਮ੍ਰਿਤ ਰੂਪ ਸੀਗੀਆਂ। ਉਹਨੇ ਪੇਟ ਵੀ ਭਰਿਆ, ਸਵਾਦ ਵੀ ਬੜੀਆਂ। ਤੇ ਮਹਾਰਾਜ ਨੇ ਆਖਿਆ ਪੱਲੇ ਨਾ ਬੰਨੀ। ਤੇ ਜਦ ਪੱਲੇ ਬੰਨ ਕੇ ਚੋਰੀ ਖਾਧੀਆਂ ਗੁਰੂ ਸਾਹਿਬ ਦੀ ਪਿੱਠ ਪਿੱਛੇ, ਉਹੀ ਖਖੜੀਆਂ ਜ਼ਹਿਰ ਰੂਪ ਹੋ ਕੇ ਟੱਡੀ ਪੀੜਾਂ ਪਾ ਦਿੱਤੀਆਂ। ਤੋ ਗੱਲ ਉਹੀ ਆ, ਦਵਾਈ ਉਹੀ ਆ। ਤੇ ਸਿਰਫ ਗੱਲ ਵੈਦ ਦੀ ਹੈ, ਸਿਆਣੇ ਵੈਦ ਦੀ। ਇਹ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸਤਿਗੁਰੂ ਜੀ ਦੀ ਨਿਗਾਹ ਦੇ ਵਿੱਚ ਹੀ ਅੰਮ੍ਰਿਤ ਹੈ। ਜਿਹਦੇ 'ਚ ਪਾ ਦੇ ਨੂੰ ਜ਼ਹਿਰ ਵੀ ਵੇਖ ਮੈਂ ਅੰਮ੍ਰਿਤ ਹੋਇਓ। ਸ਼ਬਦ ਗੁਰ ਸਰਮਣੈ ਸੁਣਿਓ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦੇ ਨੇ। ਦਾਨ ਰੂਪੀ ਚੰਦਰਮਾ ਸੱਚ ਬੋਲ ਰਿਹਾ ਧਨੁਖ ਹੈ। ਸੰਤਾਂ ਦੀ ਨਿੰਦਿਆ ਜ਼ਹਿਰ ਹੈ। ਗਿਆਨ ਦਾ ਉੱਚ ਸਰਵਾ ਘੋੜਾ। ਜਾਂ ਸ਼ੁਭ ਗੁਣਾ ਰੂਪ ਸਾਧਨਾ ਰੂਪੀ 14 ਰਤਨ ਨੇ। 4 ਤੇ ਹੋ ਗਏ ਸਾਧਨ। ਵਿਰਾਗ ਵਿਵੇਕ ਖਟ ਸਮਧੀ ਤੇ ਮਮੋਖ ਇੱਛਾ।
ਫਿਰ 3 ਸ਼ਰਵਣ ਮੰਨਣ ਤੇ ਨਿਧਿਆਸਨ 7 ਹੋ ਗਏ। 5 ਸ਼ੁਭ ਗੁਣ ਦਇਆ, ਸਤ, ਸੰਦੋਖ, ਦਇਆ, ਧਰਮ, ਵਿਚਾਰ ਹੋ ਗਏ 12। ਤੇ 13ਵਾਂ ਤਤ ਤਵੰਗ ਦਾ ਸੰਸ਼ੋਧਨ, ਤਤ ਤੇ ਤਵੰਗ ਤੋ ਇਸ ਤਰ੍ਹਾਂ 14 ਬਣ ਗਏ। ਇਹਨਾਂ ਦਾ ਸੰਸ਼ੋਧਨ ਇਤਿਆਦਿ 14 ਸਾਧਨ ਰੂਪੀ ਰਤਨ ਨੇ, ਜਾਂ 10 ਇੰਦਰ ਤੇ 4 ਅੰਦਰ ਕਰ। ਇਹਨਾਂ ਦਾ ਸੰਸ਼ੋਧਨ ਆਦਿਕ 14 ਰਤਨ ਮਹਾਰਾਜ ਦੇ ਸਰੂਪ ਜੋ ਬਾਣੀ ਚੋਂ ਨਿਕਲਦੇ ਨੇ। ਇਹ ਗੁਣ ਜਾਂ ਸਾਧਨ ਗੁਰਾਂ ਨੇ ਜਿਹਦੇ ਹਿਰਦੇ 'ਚ ਚਿਲ ਕੇ ਆਉਣ ਪ੍ਰਕਾਸ਼ਨਾ ਕੀਤੇ ਨੇ, ਉਹਨੇ ਸੰਸਾਰ ਨੂੰ ਆਉਣ ਜਾਣ ਵਾਲਾ ਨਿਸ਼ਚੈ ਕੀਤਾ ਹੈ। ਕੁਦਰਤ ਹੈ ਵੇਖਾਲੀਆਨਾ, ਪਰਮੇਸ਼ਰ ਸਰੂਪ ਗੁਰਾਂ ਨੇ ਇਹੋ ਜਿਹੀ ਅਸਚਰਜ ਸ਼ਕਤੀ ਦਿਖਾਉਣਾ ਕੀਤੀ ਹੈ। ਜਿਣ ਵਡ ਪਿੰਡ ਠਿਣਕਿਓ ਨਾ, ਆਪਾਂ ਬਿੰਦੀ ਤਾਂ ਲਾ ਸਕਦੇ ਹਾਂ, ਨੱਕ 'ਚ ਬੋਲ ਸਕਦੇ ਹਾਂ, ਪਰ ਟਿੱਪੀ ਨਹੀਂ ਲਾ ਸਕਦੇ। ਅਦਕ ਵੀ ਲਾ ਸਕਦੇ ਹਾਂ ਬਾਣੀ ਦੇ ਵਿੱਚ। ਇੱਥੇ ਪਿੰਡ ਟਿੱਪੀ ਤੋਂ ਬਗੈਰ ਹੋਣ ਕਰਕੇ ਅਦਕ ਨਾਲ ਬੋਲਣਾ ਹੀ ਮੁਨਾਸਬ ਹੈ। ਪਰਮੇਸ਼ਰ ਸਰੂਪ ਗੁਰਾਂ ਨੇ ਇਹੋ ਜਿਹੀ ਅਸਚਰਜ ਸ਼ਕਤੀ ਦਿਖਾਉਣਾ ਕੀਤੀ ਹੈ। ਜਿਨ ਐਵਡ ਪਿੱਡ ਠਿਣਕੇ ਆਉਣ, ਜਿਸ ਸ਼ਕਤੀ ਪਰਮੇਸ਼ਰ ਨੇ ਏਡਾ ਵੱਡਾ ਪਿੱਡ ਗੋਲਾਕਾਰ ਬ੍ਰਹਿਮੰਡ ਠਹਿਰਾਉਣਾ ਬਣਾਉਣਾ ਕੀਤਾ ਹੈ। ਜਾਂ ਇਸੇ ਪ੍ਰਕਾਰ ਕੁਦਰਤ ਹੈ ਵੇਖਾਲੀਆਨਾ, ਗੁਰਾਂ ਨੇ ਅਸਚਰਜ ਸ਼ਕਤੀ ਪ੍ਰਤੱਖ ਵਿਖਾ ਦਿੱਤੀ ਹੈ। ਜੈਣ ਐਵਡ ਪਿੰਡਾ ਠਿਣਕਿਓ ਨਾ, ਜਿਨ੍ਹਾਂ ਨੇ ਇੰਨੇ ਵੱਡੇ ਪਿੰਡ ਭਾਈ ਲਹਿਣੇ ਨੂੰ ਠਣਕਾਉਣਾ ਪਰਖਣਾ ਕੀਤਾ ਹੈ। ਲਹਿਣੇ ਧਰਿਓਣ ਸ਼ਤਰ ਸੈਰਾ, ਭਾਈ ਲਹਿਣੇ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਥਾਪ ਕੇ ਸੀਸ ਤੇ ਗੁਰਿਆਈ ਦਾ ਛਤਰ ਧਰਿਆ ਰੱਖਿਆ। ਅਸਮਾਨ ਕੇ ਆੜਾ ਛਿਕਿਓ ਨਾ, ਅਤੇ ਆਕਾਸ਼ ਭਾਵ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਕਿਆੜਾ ਛਿਕਿਓ, ਗਰਦਨ ਫਿਰਾਜ਼ ਕੀਤਾ, ਗਰਦਨ ਦਾ ਖਿੱਚਣਾ ਕੀਤਾ, ਭਾਵ ਧੌਣ ਉੱਚੀ ਕੀਤੀ। ਗੁਰੂ ਅੰਗਦ ਦੇਵ ਜੀ ਦਾ ਜਸ ਖਿੱਚ ਕੇ ਬ੍ਰਹਮਪੁਰੀ ਤੱਕ ਫੈਲਾ ਦਿੱਤਾ। ਜਾਂ ਜਸ ਰੂਪ ਕਿਆੜਾ ਚੰਦੋਆ ਖਿੱਚ ਕੇ ਗੁਰੂ ਅੰਗਦ ਦੇਵ ਜੀ ਦੇ ਸੀਸ ਤੇ ਤਾਣ ਦਿੱਤਾ। ਅਸਮਾਨ ਪਾਰ ਬੈਕੁੰਠ ਤੱਕ ਮਹਾਰਾਜ ਦਾ ਜਸ ਰੂਪੀ ਜਿਹੜਾ ਛਤਰ ਸੀ ਉਹ ਝੁਲਾ ਦਿੱਤਾ। ਜਾਂ ਪਾਸ਼ਾ ਫਰਮਾਉਂਦੇ ਨੇ, ਅਸਮਾਨ ਕੇ ਆੜਾ ਛਿਕਿਓ ਨਾ, ਸਿੱਖਾਂ ਦੇ ਹਿਰਦੇ ਰੂਪ ਕਿਆਰੇ ਨੂੰ ਚਿਦਾਕਾਸ਼ ਰੂਪ ਬ੍ਰਹਮ ਦੇ ਨਾਲ ਛਿੱਕੇ ਆਉਣ ਖਿੱਚ ਕੇ ਜੋੜ ਦਿੱਤਾ। ਜੋ ਸਿੱਖਾਂ ਦੇ ਅੰਦਰ ਅਸਮਾਨ ਹੰਕਾਰ ਅਸ ਹੈ, ਉਸ ਨੂੰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਦੁਆਰਾ ਸਿੱਖਾਂ ਦੇ ਹਿਰਦੇ ਰੂਪ ਕਿਆਰੇ ਚੋਂ ਖਿੱਚ ਕੇ ਬਾਹਰ ਕੱਢ ਦਿੱਤਾ ਹੈ। ਜੋਤ ਸਮਾਣੀ ਜੋਤ ਮਾਹੇ, ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡਾ ਕੰਮ ਕੀਤਾ। ਵੇਖੋ ਗੁਰੂ ਅੰਗਦ ਦੇਵ ਜੀ ਨੂੰ ਪਰਖਣਾ ਕੋਈ ਆਮ ਗੱਲ ਨਹੀਂ ਸੀ, ਕਿੰਨੀ ਸਖਤ ਪ੍ਰੀਖਿਆ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤ ਵਿੱਚ ਸਮਾ ਗਈ। ਆਪ ਆਪੈ ਸਿਤੇ ਮਿਕਿਓ ਨਾ, ਜਿਵੇਂ ਜਲ ਨਾਲ ਜਲ ਮਿਲ ਜਾਂਦਾ ਹੈ, ਜਾਂ ਆਪ ਆਪਣੇ ਸਰੂਪ ਦੇ ਵਿੱਚ ਤਤਪਾਦੀ ਲੱਖ ਰੂਪ ਤੇ ਤਵੰਗਪਾਦੀ ਲੱਖ ਰੂਪ ਦੇ ਨਾਲ ਜੋਤ ਮਿਲੀ ਸੰਗ ਜੋਤ ਰਹੇ ਅਕਾਲ ਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਐਸੀ ਕਿਰਪਾ ਹੋਈ। ਸਿੱਖਾਂ ਪੁੱਤਰਾ ਕੋਖ ਕੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਵੇਂ ਨਹੀਂ ਗੱਦੀ ਦੇ ਦਿੱਤੀ। ਸਿੱਖਾਂ ਦੇ ਪੁੱਤਰਾਂ ਦੀ ਪਰਖਣਾ ਰੂਪ ਚੰਗੀ ਤਰ੍ਹਾਂ ਕੋਖ ਕੇ ਵਿਚਾਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ ਹੈ। ਤੇ ਸਭ ਦੁਨੀਆ ਦੇ ਸਾਹਮਣੇ ਮਹਾਰਾਜ ਨੇ ਸਭ ਕੁਝ ਦਿਖਾਇਆ। ਇਹ ਕੋਈ ਕਹੇ ਨਾ ਕਿ ਗੁਰੂ ਸਾਹਿਬ ਨੇ ਪੱਖ ਕੀਤਾ ਹੈ। ਸਭ ਮਤਾ ਵੇਖੋ ਜੇ ਕਿਉ ਨਾ, ਸਾਰੀ ਸ੍ਰਿਸ਼ਟੀ ਦੇਖਦੀ ਹੈ ਜਿਹੜਾ ਕੁਝ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ। ਸਭਨਾਂ ਦੇ ਸਾਹਮਣੇ ਕੀਤਾ, ਕੋਈ ਅੰਦਰ ਭੋਰੇ 'ਚ ਵੜ ਕੇ ਨਹੀਂ ਕੀਤਾ।
ਜਾਂ ਮਹਾਰਾਜ ਫਰਮਾਉਂਦੇ ਨੇ, ਸਿੱਖਾਂ ਪੁੱਤਰਾ ਕੋਖ ਕੈ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੇ ਪੁੱਤਰਾਂ ਦੀ ਖੋਜ ਕਰਕੇ ਜੋ ਕੁਝ ਵੀ ਕੀਤਾ ਸੀ, ਸਭ ਅੰਮਤ ਵੇਖੋ ਜੇ ਕਿਉ ਨਾ, ਉਹਨੂੰ ਸਾਰੀ ਸ੍ਰਿਸ਼ਟੀ ਦੇਖਦੀ ਸੀਗੀ। ਜਾਂ ਸਦੋਸ ਤਾਂ ਲਹਿਣਾ ਟਿਕਿਓ ਨਾ, ਇਸ ਅੱਖਰ ਨੂੰ ਵੀ ਖਿੱਚ ਕੇ ਬੋਲਾਂਗੇ ਤਾਂ ਲਵੰਤਾ ਸਹੀ ਲੱਗੇਗੀ। ਸੁੱਧ ਹੋਸ ਅਰਥਾਂ ਮੁਤਾਬਕ ਵੀ ਜਦੋਂ ਸਾਰਿਆਂ ਨੂੰ ਸੁੱਧ ਹੋਸ ਸੋਧਿਆ ਖੋਜਿਆ ਤਾਂ ਲਹਿਣਾ ਟਿਕਿਓ। ਭਾਈ ਲਹਿਣਾ ਜੀ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਤੇ ਟਿਕਾਉਣਾ ਕੀਤਾ, ਅਸਥਿਤ ਕਰ ਦਿੱਤਾ ਹੈ। ਇੱਥੇ ਚੌਥੀ ਪੌੜੀ ਸੰਪੂਰਨ ਹੋਈ ਹੈ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਣੀ। ਸਿੱਖਾਂ ਪੁੱਤਰਾ ਕੋਖ ਕੈ ਸਭ ਅੰਮਤ ਵੇਖੋ ਜੇ ਕਿਉ ਨਾ, ਜਾਂ ਸੁਦੋਸ ਤਾਂ ਲਹਿਣਾ ਟਿਕਿਓ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।